ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਨਾਮ ਬਹੁ ਆਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਧਰੁ ਧਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਊਚੇ ਸੁਰਸੋਂ ਸ਼ਬਦ ਬਸਾਇਓ, ਰਾਮ ਕਲੀ ਸੋ ਰਾਗ ਮਹਿ ਗਾਇਓ। ਸੁਣ ਸੁਣ ਕਰ ਬਹੁ ਮਾਨਵ ਆਏ, ਪ੍ਰੀਤ ਧਾਰ ਬੈਸੇ ਤੇ ਥਾਏ। ਊਚੇ ਸੁਰਸੋਂ ਸ਼ਬਦ ਬਸਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦਾ ਉਧਾਰ ਕਰਦਿਆਂ ਹੋਇਆਂ ਸਤਿਗੁਰੂ ਮਥੁਰਾ ਦੇ ਨੇੜੇ ਬ੍ਰਿਜ ਨਾਮੀ ਜੋ ਇੱਕ ਪਹਾੜ ਹੈ, ਉੱਥੇ ਸਤਿਗੁਰੂ ਪਹੁੰਚੇ ਹਨ। ਜਿਸ ਜਗ੍ਹਾ 'ਤੇ ਲੰਮਾ ਸਮਾਂ ਸ੍ਰੀ ਕ੍ਰਿਸ਼ਨ ਜੀ ਨੇ ਬਤੀਤ ਕੀਤਾ ਸੀ, ਇਹ ਤੀਰਥ ਜਾਣ ਕੇ ਬਹੁਤ ਲੋਕ ਇੱਥੇ ਇਕੱਤਰ ਹੁੰਦੇ ਸਨ। ਰਾਧਾ ਕ੍ਰਿਸ਼ਨ ਦਾ ਭੇਖ ਧਾਰਨ ਕਰਕੇ ਰਾਸ ਕਰਦੇ ਸਨ, ਨਿਰਤਕਾਰੀ ਕਰਦੇ ਸਨ। ਬਾਹਰੋਂ ਤਾਂ ਸੋਹਣੇ ਸੋਹਣੇ ਲਿਬਾਸ ਧਾਰਨ ਕਰ ਲੈਂਦੇ ਸੀ, ਪਰ ਮਨ ਵਿਕਾਰੀ ਹੋਣ ਕਰਕੇ ਮੈਲੇ ਸਨ। ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ, ਪ੍ਰਭੂ ਦੀ ਭਗਤੀ ਦੇ ਵਿੱਚ ਲਾਉਣ ਵਾਸਤੇ ਕਿ ਮਨੁੱਖਾ ਜਨਮ ਮਿਲਿਆ ਹੈ, ਇਸ ਦੀ ਸਫਲਤਾ ਕਿਸ ਤਰ੍ਹਾਂ ਹੋਵੇਗੀ, ਇਹ ਉਪਦੇਸ਼ ਦੇਣ ਵਾਸਤੇ ਸਤਿਗੁਰੂ ਜੀ ਆਰਾਮ ਕਲੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤਰ ਹੈ। ਸਾ ਧਰਤੀ ਸੋ ਪਾਉਣ ਝੁਲਾਰੈ, ਜੁਗ ਜੀ ਖੇਲੇ ਥਾਮ ਕੈਸੇ। ਇਹ ਪਾਵਨ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਇਹ ਪਾਵਨ ਸ਼ਬਦ ਸੁਣ ਕੇ ਬਹੁਤ ਲੋਕ ਸਤਿਗੁਰੂ ਜੀ ਦੇ ਲਾਗੇ ਨੇੜੇ ਆ ਜਾਂਦੇ ਨੇ। ਜਿਸ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਦੇ ਤਾਈਂ ਉਪਦੇਸ਼ ਦੇਣਗੇ, ਉਸ ਤੋਂ ਬਾਅਦ ਸਤਿਗੁਰੂ ਅੱਗੇ ਅਯੋਧਿਆ ਨਗਰ ਹੈ, ਉੱਥੇ ਜਾਣਗੇ।
ਉਸ ਤੋਂ ਬਾਅਦ ਮਹਾਰਾਜ ਕਾਂਸ਼ੀ, ਫਿਰ ਜਗਨਨਾਥਪੁਰੀ। ਇਹਨਾਂ ਸਾਰਿਆਂ ਤੀਰਥਾਂ ਦੇ ਉੱਤੇ ਸਤਿਗੁਰੂ ਜਾਣਗੇ ਪ੍ਰੇਮਾ ਭਗਤੀ ਲਾਉਣ ਵਾਸਤੇ, ਪ੍ਰੇਮਾ ਭਗਤੀ ਵਿੱਚ ਜੋੜਨ ਵਾਸਤੇ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਜੋ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਹੈ, ਇਸ ਪਾਵਨ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣਾ ਕਰੀਏ। ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਉੱਚੇ ਸੁਰਸੋਂ ਸ਼ਬਦ ਵਸਾਇਓ। ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਵਾਸਤੇ ਕਿਹਾ। ਆਪ ਮਹਾਰਾਜ ਜੀ ਨੇ ਉੱਚੀ ਸੁਰ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਇਹ ਅਸ਼ਟਪਦੀ ਉਚਾਰਨ ਕੀਤੀ ਹੈ, ਸਾਰਿਆਂ ਦੇ ਉਦਾਰ ਵਾਸਤੇ ਉਪਦੇਸ਼ ਦੇਣ ਦੇ ਲਈ। ਰਾਮਕਲੀ ਸੋ ਰਾਗ ਮਹਿੰਗਾਇਓ। ਰਾਮਕਲੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਿਆ ਹੈ। ਸੁਨ ਸੁਨ ਕਰ ਬਹੁ ਮਾਨ ਵਿਆਏ। ਇਹ ਪਾਵਨ ਸ਼ਬਦ ਨੂੰ ਸੁਣ ਕੇ ਬਹੁਤ ਲੋਕ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆਏ। ਪ੍ਰੀਤ ਧਾਰ ਬੈਸੇ ਤੇ ਥਾਏ। ਬੜਾ ਮਨਾਂ ਦੇ ਵਿੱਚ ਪ੍ਰੇਮ ਪ੍ਰਗਟ ਕੀਤਾ ਅਤੇ ਸਤਿਗੁਰਾਂ ਦੇ ਪਾਸ ਆ ਕੇ ਬੈਠ ਗਏ। ਕੇਤਿਕ ਪੰਡਿਤ ਤਨੈ ਮਝਾਰੀ। ਇਹਨਾਂ ਲੋਕਾਂ ਦੇ ਵਿੱਚ ਕਈ ਪੰਡਤ ਵੀ ਆ ਕੇ ਬੈਠੇ ਸਨ। ਸ਼ਬਦ ਸ਼੍ਰੋਣ ਸੁਨ ਗਿਰਾ ਉਚਾਰੀ। ਇਹਨਾਂ ਪੰਡਤਾਂ ਨੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਇਹ ਪਾਵਨ ਅੰਮ੍ਰਿਤਮਈ ਉਪਦੇਸ਼ ਸੁਣਿਆ ਹੈ। ਇਸ ਕੇ ਅਰਥ ਸੁਨਾਈਏ ਹਮਕੋ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਸ਼ਬਦ ਤਾਂ ਆਪ ਜੀ ਨੇ ਸਰਵਣ ਕਰਵਾਇਆ ਹੈ, ਹੁਣ ਕਿਰਪਾ ਕਰੋ ਸਾਨੂੰ ਇਹ ਸ਼ਬਦ ਦੇ ਅਰਥ ਵੀ ਜਿਹੜੇ ਹਨ ਉਹ ਖੋਲ ਕੇ ਸਮਝਾਵੋ। ਸੰਤ ਰੂਪ ਦੇਖਤ ਹੈ ਤੁਮਕੋ। ਆਪ ਜੀ ਦਾ ਬੜਾ ਸੁੰਦਰ ਸਰੂਪ ਹੈ, ਆਪ ਜੀ ਦੇਖਣ ਦੇ ਵਿੱਚ ਸੰਤ ਪ੍ਰਤੀਤ ਹੁੰਦੇ ਹੋ। ਤੁਹਾਡੇ ਤਾਂ ਦਰਸ਼ਨ ਕੀਤੇ ਅੰਦਰ ਨੂੰ ਠੰਡ ਮਿਲ ਰਹੀ ਹੈ, ਜਿਹੜਾ ਮਨ ਹੈ ਹਿਰਦਾ ਉਹਨੂੰ ਚੈਨ ਆ ਰਿਹਾ ਹੈ। ਆਪ ਜੀ ਕਿਰਪਾ ਕਰੋ, ਆਪ ਜੀ ਨੇ ਜਿਹੜਾ ਇਲਾਹੀ ਪਾਵਨ ਸ਼ਬਦ ਉਚਾਰਨ ਕੀਤਾ ਹੈ, ਇਹ ਪਾਵਨ ਸ਼ਬਦ ਦੇ ਅਰਥ ਵੀ ਸਾਨੂੰ ਸਮਝਾਵੋ। ਸ਼੍ਰੀ ਨਾਨਕ ਸੁਨੇ ਅਰਥ ਬਖਾਨਾ। ਇਹਨਾਂ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਦੇ ਅਰਥ ਸਮਝਾਏ ਹਨ। ਇਕ ਮਨ ਹੋਇ ਕਰ ਸੁਨੋ ਸੁਜਾਨਾ। ਸਤਿਗੁਰੂ ਜੀ ਕਹਿਣ ਲੱਗੇ, ਐ ਸੁਜਾਨ, ਐ ਸਿਆਣਿਓ, ਐ ਚਤੁਰ ਪੰਡਤੋ, ਜੇ ਮਨ ਵਿੱਚ ਅਰਥ ਸੁਣਨ ਦੀ ਰੁਚੀ ਰੱਖਦੇ ਹੋ ਤੇ ਫਿਰ ਆਪਣੇ ਮਨਾਂ ਨੂੰ ਟਿਕਾ ਕੇ ਇਕਾਗਰ ਕਰਕੇ ਇਹਦੇ ਅਰਥ ਵੀ ਸੁਣੋ। ਸਸ ਰਵ ਉਡਸ਼ਿਤ ਬਾਈ ਸੋ ਤੈਸੀ। ਗੁਰਦੇਵ ਕਹਿੰਦੇ ਹਨ ਕਿ ਜਿਹੜਾ ਚੰਦਰਮਾ ਹੈ, ਤਾਰੇ ਜਿਹੜੇ ਹਨ ਆਕਾਸ਼ ਦੇ ਵਿੱਚ ਦਿਸਦੇ ਹਨ, ਇਸੇ ਤਰ੍ਹਾਂ ਜਿਹੜਾ ਦਿਨ ਦਾ ਰਾਜਾ ਸੂਰਜ ਹੈ। ਤ੍ਰੈ ਯੁਗ ਮਹਿ ਵਰਤੇ ਥੀ ਜੈਸੀ। ਤਿੰਨਾਂ ਯੁੱਗਾਂ ਦੇ ਵਿੱਚ ਜਿਸ ਤਰ੍ਹਾਂ ਵਰਤਦੇ ਸੀ ਨਾ, ਜਿਸ ਤਰ੍ਹਾਂ ਸਤਿਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਦੇ ਵਿੱਚ ਚੰਦਰਮਾ ਚੜ੍ਹਦਾ ਸੀ, ਸੂਰਜ ਸੀ, ਤਾਰੇ ਸੀ, ਧਰਤੀ ਸੀ, ਇਸੇ ਤਰ੍ਹਾਂ ਵਾਯੂ ਹਵਾ ਸੀ। ਮਹਾਰਾਜ ਕਹਿਣ ਲੱਗੇ ਇਸ ਯੁੱਗ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਧਰਤੀ ਹੈ, ਆਕਾਸ਼ ਵੀ ਉਹੋ ਹੀ ਹੈ, ਸੂਰਜ ਵੀ ਉਹੋ ਹੀ ਹੈ, ਚੰਦਰਮਾ ਵੀ ਉਹ ਹੈ ਤੇ ਤਾਰੇ ਵੀ ਉਹ ਹਨ, ਹਵਾ ਵੀ ਉਹ ਚੱਲ ਰਹੀ ਹੈ। ਦੋਹਰਾ ਮਾਨਵ ਮਲਣ ਬੁੱਧੀ ਭਏ ਯਾਤੀ ਕਲੀ ਲਖਾਏ। ਕਲਯੁਗ ਦੇ ਲੱਛਣ ਕੀ ਹਨ? ਕੇਵਲ ਲੋਕਾਂ ਦੀ ਜਿਹੜੀ ਬੁੱਧੀ ਹੈ ਨਾ, ਉਹ ਮਲੀਨ ਹੋ ਚੁੱਕੀ ਹੈ। ਤਾਂ ਕਿਹਾ ਜਾਂਦਾ ਹੈ ਕਿ ਕਲਯੁਗ ਆਇਆ ਹੈ। ਮਹਾਰਾਜ ਦੇ ਪਾਵਨ ਬਚਨ ਆਪਾਂ ਸਰਵਣ ਕਰਦੇ ਹਾਂ। ਅਬ ਕਲੂ ਆਇਓ ਰੇ ਕ ਨਾਮ ਬੋਵੋ ਬੋ। ਪਰ ਕਿਹਨਾਂ ਵਾਸਤੇ ਹੈ? ਗੁਰਦੇਵ ਕਹਿੰਦੇ ਹਨ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਿਹੜੇ ਨਾਮ ਤੋਂ ਸਖਣੇ ਨੇ, ਸੰਗਤ ਤੋਂ ਸਖਣੇ ਹਨ, ਉਹਨਾਂ ਵਾਸਤੇ ਕਲਯੁਗ ਹੈ। ਕਲਯੁਗ ਦੀ ਕੋਈ ਵੱਖਰੀ ਨਗਰੀ ਨਹੀਂ, ਕਲਯੁਗ ਕਿਤੇ ਬਾਹਰੋਂ ਨਹੀਂ ਆਇਆ। ਉਹੀ ਚੰਦਰਮਾ, ਸੂਰਜ, ਤਾਰੇ, ਧਰਤੀ ਵੀ ਉਹ ਹੈ। ਕੇਵਲ ਇਸ ਸਮੇਂ ਲੋਕਾਂ ਦੀ ਬੁੱਧੀ ਮਲੀਨ ਹੋ ਚੁੱਕੀ ਹੈ। ਬਸ ਇਹੋ ਹੀ ਕਲਯੁਗ ਦੇ ਲੱਛਣ ਹਨ। ਗੁਣ ਇਨ ਕੋ ਵਿਸ਼ਵਾਸ ਕਿਆ ਕਲ ਜੇ ਨਰ ਜਨਮਾਈ। ਗੁਰਦੇਵ ਕਹਿੰਦੇ ਜਿਹੜੇ ਕਲਯੁਗ ਦੇ ਇਸ ਸਮੇਂ ਦੇ ਵਿੱਚ ਲੋਕ ਜਨਮ ਲੈ ਰਹੇ ਨੇ ਨਾ, ਇਹਨਾਂ ਦੀ ਉਮਰ ਵੀ ਕੀ ਹੈ? ਪੁਰਾਣੇ ਸਮਿਆਂ ਦੇ ਵਿੱਚ ਉਮਰ ਵੀ ਬਹੁਤ ਹੁੰਦੀ ਸੀ। ਜਿਹੜੇ ਸਨਾਤਨ ਮਤ ਦੇ ਗ੍ਰੰਥ ਨੇ ਉਹਨਾਂ ਵਿੱਚ ਤਾਂ ਬਹੁਤੀਆਂ ਉਮਰਾਂ ਲਿਖੀਆਂ ਮਿਲਦੀਆਂ ਨੇ, ਜਿਸ ਤਰ੍ਹਾਂ ਕਈ ਹਜ਼ਾਰ ਵਰਾ ਉਮਰ ਵੀ ਮਿਲਦੀ ਹੈ।
ਜੋਗੀਆਂ ਦੀ ਵੀ ਇੰਨੀ ਉਮਰਾਂ ਮਿਲਦੀ ਹੈ। ਜੇ ਪਿਛਲਾ ਸਮਾਂ ਦੇਖੀਏ ਤਾਂ 100 ਸਾਲ ਤੋਂ ਵੀ ਉੱਪਰ ਲੋਕ ਜਿਉਂਦੇ ਸਨ। ਹੁਣ ਤਾਂ ਕੋਈ ਵਿਰਲਾ ਹੀ ਹੈ ਜਿਹੜਾ 100 ਸਾਲ ਤੱਕ ਪਹੁੰਚੇ, ਨਹੀਂ ਤਾਂ 70 ਸਾਲ ਤੱਕ ਹੀ ਬ੍ਰੇਕਾਂ ਲੱਗਣ ਲੱਗ ਪਈਆਂ। ਮਹਾਰਾਜ ਕਹਿਣ ਲੱਗੇ ਕਿ ਹੁਣ ਸਮਾਂ ਐਸਾ ਆ ਗਿਆ ਹੈ ਕਿ ਇਸ ਸਮੇਂ ਲੋਕਾਂ ਦੀ ਉਮਰਾਂ ਥੋੜੀ ਰਹਿ ਗਈ ਹੈ। ਚੌਪਈ ਵਰਖਾ ਵਿਖੇ ਬੁੱਧ ਬੁਧਾ ਜੈਸੀ। ਹੁਣ ਤਾਂ ਇੰਨੀ ਕੁ ਉਮਰ ਹੈ ਜਿਸ ਤਰ੍ਹਾਂ ਮੀਂਹ ਪੈਂਦਾ ਹੈ, ਧਰਤੀ ਤੇ ਪਾਣੀ ਦੇ ਬਹੁਤ ਬੁਲਬੁਲੇ ਉੱਠਦੇ ਹਨ। ਉਪਜਤ ਬਿਨਸਤ ਹੈ ਇਹ ਤੈਸੀ। ਮੀਂਹ ਪੈਣ ਦੇ ਨਾਲ ਧਰਤੀ ਤੇ ਪਾਣੀ ਦੇ ਬੁੱਧ-ਬੁੱਦੇ ਉਪਜਦੇ ਨੇ ਤੇ ਝੱਟ ਦੇ ਥੋੜੇ ਸਮੇਂ ਮਾਤਰ ਹੀ ਇੱਥੋਂ ਤੱਕ ਕਿ ਅੱਖ ਝਮਕਣ ਸਮੇਂ ਵਿੱਚ ਹੀ ਉਹ ਪਾਣੀ ਦੇ ਬੁੱਧ-ਬੁੱਦੇ ਜਿਹੜੇ ਮਿਟ ਜਾਂਦੇ। ਬਸ ਬੰਦੇ ਦੀ ਵੀ ਹੋਂਦ ਇੰਨੀ ਕੀ ਹੈ, ਮਤ ਕੇ ਜਾਪੇ ਸਾਹ ਆਵੈ ਕਿ ਨਾ ਆਵੈ ਰਾਮ। ਇਹ ਜਿਹੜਾ ਸਾਹ ਅੰਦਰ ਗਿਆ ਹੁਣ ਬਾਹਰ ਆਉਣਾ ਵੀ ਹੈ ਕਿ ਨਹੀਂ ਆਉਣਾ। ਗੁਰਦੇਵ ਕਹਿੰਦੇ ਹੁਣ ਤਾਂ ਲੋਕਾਂ ਦੀ ਉਮਰਾਂ ਦਾ ਵੀ ਜਿਹੜਾ ਹੈ ਉਹ ਬਹੁਤਾ ਭਰੋਸਾ ਨਹੀਂ ਹੈ। ਇਹ ਤਾਂ ਪਾਣੀ ਦੇ ਬੁਲਬੁਲੇ ਵਾਂਗੂ ਹੈ, ਜਿਸ ਤਰ੍ਹਾਂ ਖਿੰਨ ਮਾਤਰ ਜਿਹੜਾ ਪਾਣੀ ਦਾ ਬੁਲਬੁਲਾ ਫੁੱਟ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਇੰਨੀਆਂ ਕੁ ਉਮਰਾਂ ਕਲਯੁਗ ਦੇ ਵਿੱਚ ਰਹਿ ਗਈਆਂ ਹਨ। ਜੋ ਕਲਯੁਗ ਕਿਤ ਦੇਸ਼ ਨਾ ਆਇਓ। ਹੁਣ ਜਿਹੜਾ ਕਲਯੁਗ ਹੈ ਇਹਨੇ ਕੋਈ ਵੱਖਰਾ ਦੇਸ਼ ਆਪਣਾ ਨਹੀਂ ਬਣਾਇਆ। ਬੈਠਿਓ ਕਿਤੈ ਦੁਰਗ ਨਹਿ ਪਾਇਓ। ਨਾ ਹੀ ਇਹ ਕਿਤੇ ਆਪਣਾ ਕੋ ਕਿਲਾ ਉਸਾਰ ਕੇ ਬੈਠਾ ਹੈ। ਜੇ ਲਖਣ ਅਬ ਮਨੁਜ ਕਰਾਈ। ਜਿਹੜੇ ਲੋਕਾਂ ਦੇ ਵਿੱਚ ਲੱਛਣ ਹਨ, ਬੁੱਧੀ ਮਲੀਨ ਹੋਣ ਕਰਕੇ, ਸਿਮਰਨ ਤੋਂ, ਭਗਤੀ ਤੋਂ, ਬੰਦਗੀ ਤੋਂ ਸਖਣੇ ਹੋਣ ਕਰਕੇ ਬੁੱਧੀ ਮਲੀਨ ਹੋ ਗਈ। ਜਿਹੜੇ ਲੋਕਾਂ ਦੇ ਵਿੱਚ ਦੇਖਣ ਨੂੰ ਲੱਛਣ ਮਿਲਦੇ ਹਨ, ਜਾਂ ਤੇ ਕਲਯੁਗ ਪਰਤ ਲਖਾਈ। ਬਸ ਇਹਨਾਂ ਲੱਛਣਾਂ ਕਰਕੇ ਕਲਯੁਗ ਦਿਸ ਰਿਹਾ ਹੈ। ਕਿਉਂਕਿ ਕਲਯੁਗ ਦਾ ਕੋਈ ਵੱਖਰਾ ਘਰ ਨਹੀਂ, ਵੱਖਰਾ ਦੇਸ਼ ਨਹੀਂ, ਵੱਖਰਾ ਇਲਾਕਾ ਨਹੀਂ, ਕੋਈ ਆਪਣਾ ਮਹਿਲ ਨਹੀਂ, ਕੋਈ ਧਰਤੀ ਵੱਖਰੀ ਨਹੀਂ, ਚੰਦਰਮਾ ਸੂਰਜ ਤਾਰੇ ਵੱਖਰੇ ਨਹੀਂ। ਕੇਵਲ ਲੋਕ ਭਗਤੀ ਤੋਂ ਸਖਣੇ ਹੋ ਗਏ, ਸਿਮਰਨ ਤੋਂ, ਬੰਦਗੀ ਤੋਂ, ਸੰਗਤ ਤੋਂ ਸਖਣੇ ਹੋ ਗਏ ਤੇ ਲੋਕਾਂ ਦੀ ਬੁੱਧੀ ਜਿਹੜੀ ਮਲੀਨ ਹੋ ਗਈ। ਬਸ ਮਲੀਨ ਬੁੱਧੀ ਹੋਣ ਕਰਕੇ ਜਦੋਂ ਆਪਾਂ ਲੋਕਾਂ ਦੇ ਵਿੱਚ ਮਾੜੇ ਲੱਛਣ ਦੇਖਦੇ ਹਾਂ ਨਾ, ਬਸ ਇਹੋ ਹੀ ਕਲਯੁਗ ਦੇ ਲੱਛਣ ਜਿਹੜੇ ਉਹ ਦੇਖਣ ਨੂੰ ਮਿਲਦੇ ਹਨ। ਜਤ ਸਤ ਤਪ ਹੋਆ ਪੂਰਾ ਨਾਹੀ। ਤੇ ਇਸ ਸਮੇਂ ਨਾ ਕੋਈ ਜਤ ਦੇ ਵਿੱਚ ਪੂਰਾ ਦਿਸਦਾ ਹੈ, ਸਤ ਦੇ ਵਿੱਚ, ਤਪ ਦੇ ਵਿੱਚ ਕੋਈ ਪੂਰਾ ਨਹੀਂ ਦਿਸਦਾ। ਗੁਰਦੇਵ ਕਹਿੰਦੇ ਹਨ ਕਿ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਵਿੱਚੋਂ ਕੋਈ ਇੱਕ ਹੋਵੇਗਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੈ, ਜਿਹੜਾ ਜਤ ਸਤ ਦੇ ਵਿੱਚ, ਤਪ ਦੇ ਵਿੱਚ ਪੂਰਾ ਹੈ। ਨਹੀਂ ਤਾਂ ਇਹ ਸਮੇਂ ਦੇ ਵਿੱਚ ਜਤ ਸਤ ਤੋਂ, ਤਪ ਤੋਂ ਖਾਲੀ ਹੀ ਦਿਸਦੇ ਹਨ। ਨਾਮ ਜਪੈ ਤਿਹ ਕਹਿ ਬਦਰਾਹੀ। ਇਹ ਸਮਾਂ ਹੁਣ ਐਸਾ ਹੈ, ਜੇ ਕੋਈ ਨਾਮ ਜਪਣ ਬੈਠਦਾ ਹੈ, ਸਿਮਰਨ ਕਰਦਾ ਹੈ, ਭਗਤੀ ਕਰਦਾ ਹੈ, ਸੰਗਤ ਕਰਦਾ ਹੈ, ਤੇ ਦੇਖਣ ਵਾਲੇ ਜਿਹੜੇ ਮਲੀਨ ਬੁੱਧੀ ਵਾਲੇ ਲੋਕ ਨੇ ਉਹ ਕਹਿੰਦੇ ਨੇ ਦੇਖੋ ਜੀ ਬਦਰਾਹੀ, ਭੈੜੇ ਰਸਤੇ ਤੇ, ਮਾੜੇ ਰਸਤੇ ਤੇ, ਗਲਤ ਰਾਹ ਦੇ ਉੱਤੇ ਤੁਰ ਪਿਆ ਹੈ। ਦੋਹਰਾ ਸਤਜੁਗ ਪਾਪੀ ਏਕ ਤੇ। ਜਦੋਂ ਸਤਜੁਗ ਦਾ ਸਮਾਂ ਸੀ, ਉਸ ਸਮੇਂ ਇੱਕ ਮਨੁੱਖ ਪਾਪ ਕਰਦਾ ਸੀ ਤੇ ਦੇਸ਼ ਮਾਰੀਐ ਸੋਏ, ਤੇ ਉਸ ਦਾ ਜਿਹੜਾ ਭੁਗਤਾਨ ਸੀ, ਫਲ ਸੀ ਨਾ, ਉਹ ਸਾਰਿਆਂ ਨੂੰ ਭੁਗਤਣਾ ਪੈਂਦਾ ਸੀ। ਮਹਾਰਾਜ ਇੱਥੇ ਦਰਸਾ ਰਹੇ ਹਨ, ਜਿਹੜੇ ਕਹਿੰਦੇ ਨੇ ਕਿ ਜੀ ਕਲਯੁਗ ਦਾ ਸਮਾਂ ਹੈ, ਹੁਣ ਭਗਤੀ ਨਹੀਂ ਹੁੰਦੀ, ਸਿਮਰਨ ਨਹੀਂ ਹੁੰਦਾ। ਗੁਰਦੇਵ ਕਹਿੰਦੇ ਜਰਾ ਧਿਆਨ ਨਾਲ ਦੇਖੋ, ਜਿਹੜਾ ਪਹਿਲਾ ਸਮਾਂ ਸੀ ਨਾ, ਉਦੋਂ ਇੱਕ ਗਲਤੀ ਕਰਦਾ ਸੀ ਤੇ ਉਹਦਾ ਫਲ ਜਿਹੜਾ ਸੀ ਉਹ ਸਾਰੀ ਦੇਸ਼ ਨੂੰ ਮਿਲਦਾ ਸੀ। ਤ੍ਰੇਤੇ ਨਗਰੀ ਪੀੜੀਏ। ਤੇ ਤ੍ਰੇਤੇ ਦੇ ਵਿੱਚ ਸਾਰੀ ਨਗਰੀ ਉਸ ਕੀਤੇ ਹੋਏ ਗੁਨਾਹ ਦਾ ਫਲ ਭੁਗਤਦੀ ਸੀ। ਦੁਆਪਰ ਕੁਲ ਅਗ ਹੋਏ। ਜਦ ਦੁਆਪਰ ਦਾ ਸਮਾਂ ਆਇਆ, ਕਰਨ ਵਾਲਾ ਇੱਕ ਹੁੰਦਾ ਸੀ ਤੇ ਸਾਰੀ ਕੁਲ ਉਸ ਦਾ ਫਲ ਭੋਗਦੀ ਸੀ। ਚੌਪਈ ਕਲਯੁਗ ਪਾਪ ਕਰੈ ਸੋ ਪੀ ਪਾਵਤ। ਪਰ ਕਲਯੁਗ ਦੇ ਵਿੱਚ ਇਹ ਸਮਾਂ ਮਾੜਾ ਕਿਸ ਤਰ੍ਹਾਂ ਹੋਇਆ? ਇੱਥੇ ਤਾਂ ਜੋ ਮਨੁੱਖ ਪਾਪ ਕਰਦਾ ਹੈ ਉਹਦਾ ਫਲ ਕੇਵਲ ਉਹੀ ਭੋਗਦਾ ਹੈ। ਪੁਰਾਣਾ ਸਮਾਂ ਸੀ, ਕਹਿੰਦੇ ਜਦੋਂ ਇੱਕ ਕਰੇ ਦੇਸ਼ ਭੋਗਦਾ ਸੀ। ਫਿਰ ਸਮਾਂ ਜਦ ਤ੍ਰੇਤਾ ਸੀ ਤੇ ਫਿਰ ਇੱਕ ਕਰੇ ਤੇ ਸਾਰਾ ਜਿਹੜਾ ਨਗਰ ਸੀ ਉਹ ਭੋਗਦਾ ਸੀ। ਜਦ ਦੁਆਪਰ ਆਇਆ ਤੇ ਇੱਕ ਪਾਪ ਕਰੇ, ਸਾਰੀ ਕੁਲ ਨੂੰ ਉਸ ਦਾ ਫਲ ਭੋਗਣਾ ਪੈਂਦਾ ਸੀ। ਪਰ ਗੁਰਦੇਵ ਕਹਿੰਦੇ ਕਲਯੁਗ ਪਾਪ ਕਰੈ ਸੋ ਪਾਏ। ਜੋ ਕਲਯੁਗ ਦੇ ਵਿੱਚ ਮਨੁੱਖ ਕਰਮ ਕਰਦਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜੇ ਹੱਥ ਨਾਲ ਕੀਤਾ ਹੈ ਉਹਦਾ ਜਿਹੜਾ ਫਲ ਹੈ ਉਸੇ ਹੱਥ ਨੂੰ ਹੀ ਮਿਲਦਾ ਹੈ। ਗੁਣ ਸਤਿਗੁਰ ਜਿਹ ਕੋ ਬਖਸ਼ਾਵਤ। ਪਰ ਇਸ ਸਮੇਂ ਅੰਦਰ ਜੇ ਕੋਈ ਚੱਲ ਕੇ
ਗੁਨਾਹਾਂ ਨੂੰ ਕਰਨ ਵਾਲਾ ਪਾਪੀ ਮਨੁੱਖ ਵੀ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਮਨ ਕਰਕੇ ਆ ਜਾਵੇ। ਨਾਮ ਦਾਨ ਦੀ ਕਰੈ ਉਧਾਰਾ। ਸਤਿਗੁਰੂ ਜੀ ਉਹਨੂੰ ਵੀ ਨਾਮ ਦਾ ਦਾਨ ਦੇ ਕਰਕੇ ਉਹਦਾ ਵੀ ਉਧਾਰ ਕਰ ਦਿੰਦੇ ਹਨ। ਨਾਮ ਦੇ ਵਿੱਚ ਇੰਨੀ ਬਰਕਤ ਹੈ। ਗੁਰਦੇਵ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਪਾਪ ਕਰਦਾ ਹੋਇਆ ਇੱਥੋਂ ਤੱਕ ਕਿ ਜਿਸ ਤਰ੍ਹਾਂ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਜਿਹੜਾ ਸੜਿਆ ਲੋਹਾ ਬਾਹਰ ਨਿਕਲਦਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਗੁਰਦੇਵ ਕਹਿੰਦੇ ਇਸ ਤਰ੍ਹਾਂ ਕੋਈ ਪਾਪਾਂ ਦੇ ਨਾਲ ਭਰਿਆ ਹੋਇਆ ਮਨੁੱਖ ਹੋਵੇ ਜਿਹਨੂੰ ਕੋਈ ਵੀ ਮੂੰਹ ਲਾਉਣ ਨੂੰ ਤਿਆਰ ਨਾ ਹੋਵੇ, ਪਰ ਜੇ ਇੱਕ ਅੰਮ੍ਰਿਤ ਰੂਪੀ ਬੂੰਦ ਉਸ ਨੂੰ ਨਾਮ ਦੀ ਸਤਿਗੁਰ ਦੇ ਦੇਣ, ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਸਤਿਗੁਰੂ ਉਹਦਾ ਵੀ ਉਧਾਰ ਕਰ ਦਿੰਦੇ ਹਨ। ਇਹ ਸਮਾਂ ਜਿਹੜਾ ਹੈ ਐਸਾ ਹੈ, ਪੂਰੇ ਸਤਿਗੁਰੂ ਦੇ ਮਿਲਣ ਕਰਕੇ, ਨਾਮ ਦਾ ਦਾਨ ਮਿਲਣ ਕਰਕੇ ਉਹ ਜੀਵ ਦਾ ਵੀ ਉਧਾਰ ਹੋ ਜਾਂਦਾ ਹੈ। ਇਸ ਬਿਨਿ ਅਪਰ ਨ ਕੋ ਉਪਚਾਰਾ। ਤੇ ਨਾਮ ਤੋਂ ਬਿਨਾਂ ਗੁਰਦੇਵ ਕਹਿੰਦੇ ਕੋਈ ਵੀ ਉਪਚਾਰ ਇਲਾਜ ਨਹੀਂ ਹੈ। ਜਦੋਂ ਸਤਿਯੁਗ ਦਾ ਸਮਾਂ ਸੀ ਤੇ ਜੇ ਕਿਤੇ ਦੇਵਤਿਆਂ ਕੋਲੋਂ ਸਰਾਪਿਆ ਜਾਏ ਤੇ ਉਹ ਸਰਾਪ ਦਾ ਫਲ ਜਿਹੜਾ ਸੀ ਉਹ ਭੋਗਣਾ ਹੀ ਪੈਂਦਾ ਸੀ। ਪਰ ਕਲਯੁਗ ਮਾੜਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜੇ ਕਲਯੁਗ ਦੇ ਵਿੱਚ ਮਨੁੱਖ ਨੇ ਮਲੀਨ ਬੁੱਧੀ ਹੋਣ ਕਰਕੇ ਪਾਪ ਕੀਤੇ ਵੀ ਹੋਣ, ਪਰ ਜੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋ। ਮਣਾ ਮੋਹੀ ਲੱਕੜਾਂ ਦਾ ਢੇਰ ਲੱਗਾ ਹੋਵੇ, ਜੇ ਇੱਕ ਕਿਣਕਾ ਉਹ ਲੱਕੜਾਂ ਦੇ ਢੇਰ ਨੂੰ ਅੱਗ ਦਾ ਮਿਲ ਜਾਵੇ ਤੇ ਉਹ ਸੜ ਕੇ ਸੁਆਹ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਨਾਮ ਦੇ ਵਿੱਚ ਤਾਕਤ ਹੈ ਕਿ ਭਾਵੇਂ ਕੋਈ ਕਿੰਨਾ ਵੀ ਪਾਪੀ ਮਨੁੱਖ ਕਿਉਂ ਨਾ ਹੋਵੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ, ਨਾਮ ਜਪਣ ਦੇ ਨਾਲ ਉਸ ਦਾ ਵੀ ਉਧਾਰ ਹੋ ਜਾਂਦਾ ਹੈ। ਵੇਦ ਅਧਰਬਣ ਮਥ ਕਰ ਸਭਹੀ। ਉਹ ਸਮਿਆਂ ਦੇ ਵਿੱਚ ਵੇਦ ਜਿਹੜੇ ਸਨ ਉਚਾਰਨ ਕੀਤੇ ਗਏ ਸਨ। ਹਰ ਕੀਰਤ ਗਦ ਦੇਵਤ ਅਬਹੀ। ਪਰ ਗੁਰਦੇਵ ਕਹਿੰਦੇ ਹੁਣ ਜੀਵਾਂ ਦੇ ਉਧਾਰ ਵਾਸਤੇ ਪ੍ਰਭੂ ਦੀ ਪ੍ਰੇਮਾ ਭਗਤੀ ਜਿਹੜੀ ਉਹ ਦਿੱਤੀ ਹੈ। ਨਾਵਣ ਧੋਵਣ ਬਿਰਥਾ ਸਾਰੇ। ਤੇ ਜਿਹੜੇ ਪ੍ਰਾਤਨ ਰੀਤੀਆਂ ਹੁਣ ਵਰਤਦੇ ਹਨ ਕਿ ਤੀਰਥਾਂ ਦੇ ਉੱਤੇ ਚਲੇ ਗਏ, ਉਹਨਾਂ ਤੀਰਥਾਂ ਦੇ ਉੱਤੇ ਨਹਾ ਆਏ ਤੇ ਸੋਚਿਆ ਕਿ ਉਧਾਰ ਹੋ ਗਿਆ, ਤੇ ਗੁਰਦੇਵ ਕਹਿੰਦੇ ਜੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਕੇਵਲ ਆਪਣੀ ਪਾਪਾਂ ਦੀ ਮੈਲ ਉਤਾਰਨ ਵਾਸਤੇ ਉਹਨਾਂ ਤੀਰਥਾਂ ਦਾ ਸਹਾਰਾ ਲੈਂਦੇ ਰਹੇ ਤੇ ਨਾਮ ਜਪਿਆ ਨਾ, ਪਰ ਗੁਰਦੇਵ ਕਹਿੰਦੇ ਕਲਯੁਗ ਦੇ ਵਿੱਚ ਫਿਰ ਬਹੁਤਾ ਲਾਭ ਨਹੀਂ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ। ਇਸ ਕਰਕੇ ਗੁਰਦੇਵ ਕਹਿੰਦੇ ਹਨ ਇੱਥੇ ਤਾਂ ਘਰ ਬੈਠੇ ਗੁਰੂ ਤੇ ਆਏ ਹੋ, ਇੱਥੇ ਤਾਂ ਮਨ ਧੋਣਾ ਹੈ ਤੇ ਮਨ ਤੇ ਸ਼ਬਦ ਦੇ ਜਲ ਦੇ ਨਾਲ ਜਿਹੜਾ ਮਨ ਧੋ ਕੇ ਪਵਿੱਤਰ ਕਰਨਾ ਹੈ। ਇਹ ਪੁਰਾਣੀਆਂ ਰੀਤੀਆਂ ਸਨ, ਉਹ ਸਮਾਂ ਲੰਘ ਗਿਆ। ਸਤਜੁਗ ਸਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਇਹ ਤਿੰਨੇ ਯੁੱਗ ਚਲੇ ਗਏ। तीनों जुग तीनों दड़े कल केवल नाम आधार। अब कलू आयो रे एक नाम बोवो बोवो अन रुत नाही नाही मत भरम भूलो भूलो। गुरदेव कहते हुण केवल बंदा सोचे कि नहाउण धौण दे नाल गति हो जाएगी, पर नाम तो बिना भगती तो बिना केवल तीर्थां ते नहाउणा तां इस तरह है। गुरु कलगीधर साहिब जी दे बचन पढ़ते हाँ, नाथ फिरो लिए सात समुंदरन लोक गयो पर लोक गवायो। इस करके नाम दे नाल ही उदार हुंदा है। राग द्वैख मल नहीं उतारी। तीर्थां ते नहाउण दे नाल मन दी जेड़ी राग ते द्वैश दी मैल ओ नहीं उतरदी। सच न कमावो होए ना सोचू। जिन्ना चिर तुसीं सच दी कमाई नहीं करदे उन्ना चिर अंदर सुच्चा नहीं हो सकदा। किरत तां माड़ी है, उत्थे बैठ के तां कईयां दी जेब कटदे हां ते फिर महीनियां बधी जाके सालां बधी जाके तीर्थां ते नहाउण दे नाल किस तरह जीव सुच्चा हो सकदा है। जिन्ना चिर आपां नाम नहीं जपदे अंदर किस तरह सुच्चा होवेगा। मूत पलीती कपड़ होए दे साबून लईया ओह धोए, भरीए मत पापा कै संग ओह धोपै नावै कै रंग। गुरदेव कहण लगे जिन्ना चिर अंदर सुच्चे नहीं हुंदे, जिन्ना चिर नाम नहीं जपदे, सच्ची सुच्ची अपनी किरत नहीं करदे, उन्ना चिर बाहरों तीर्थां ते नहाउण दे नाल जेड़ा जीव वो सुच्चा नहीं हुंदा। सच नाम कर बंधन मोचू। नाम जपण दे नाल अंदर सच्चा हुंदा है।
ਸੁੱਚਾ ਜਦ ਅੰਦਰ ਹੋ ਗਿਆ ਤੇ ਜਿਹੜੇ ਜੀਵ ਦੇ ਜਨਮ ਮਰਨ ਦੇ ਬੰਧਨ ਉਹ ਕੱਟੇ ਜਾਂਦੇ ਨੇ। ਮਨ ਮਲੀਨ ਤਨ ਕਰੇ ਪਖੰਡਾ, ਜੇ ਮਨ ਹੀ ਮੈਲਾ ਹੈ ਤੇ ਬਾਹਰੋਂ ਜਿੰਨੇ ਮਰਜੀ ਪਖੰਡ ਕਰੀ ਜਾਵੇ ਕਿ ਮੈਂ ਇੰਨੇ ਤੀਰਥਾਂ ਤੇ ਹੋ ਆਇਆ, ਇੰਨੇ ਲੰਗਰ ਲਾ ਦਿੱਤੇ, ਇੰਨਿਆਂ ਨੂੰ ਬਸਤਰ, ਇੰਨਿਆਂ ਨੂੰ ਕੰਬਲ ਵੰਡ ਦਿੱਤੇ ਹਨ, ਪਰ ਜੇ ਅੰਦਰੋਂ ਮਨ ਹੀ ਸੁੱਚਾ ਨਾ ਕੀਤਾ। ਜੇ ਨਰਸ ਹੈ ਅਧਿਕ ਜਮ ਡੰਡਾ, ਗੁਰਦੇਵ ਕਹਿੰਦੇ ਜਮਾਂ ਦੇ ਡੰਡੇ ਤੋਂ ਨਹੀਂ ਬਚ ਸਕਦੇ। ਲੋਕਾਂ ਦੇ ਵਿੱਚ ਤਾਂ ਪਬਲਿਸਿਟੀ ਕਰ ਸਕਦੇ ਆ ਕਿ ਫਲਾਣਾ ਫਲਾਣਾ ਬਹੁਤ ਵੱਡਾ ਦਾਨੀ ਹੈ, ਪਰ ਦਾਨੀ ਜੇ ਕਿਤੇ 4 ਬੰਦਿਆਂ ਨੂੰ ਕੰਬਲ ਵੰਡ ਗਿਆ ਤੇ 10 ਦੀ ਜੇਬ ਕੱਟ ਲਈ ਸਵੇਰ ਨੂੰ ਜਾ ਕੇ, ਜੇ ਬੰਦੇ ਦੀ ਕਿਰਤੀ ਚੰਗੀ ਨਹੀਂ ਤੇ ਗੁਰਦੇਵ ਕਹਿੰਦੇ ਜਮਾਂ ਦੇ ਡੰਡੇ ਤੋਂ ਨਹੀਂ ਬਚ ਸਕਦੇ। ਰੁਚਿਰ ਰੰਗ ਜੋ ਹੋਏ ਮਯੂਰਾ, ਜਿਹੜਾ ਮੋਰ ਹੈ ਨਾ ਉਹਦਾ ਰੰਗ ਬੜਾ ਸੋਹਣਾ ਹੁੰਦਾ ਹੈ ਤੇ ਸਾਰੇ ਜਿਹੜੇ ਨੇ ਉਹ ਮੋਰ ਨੂੰ ਜਿਹੜਾ ਹੈ ਉਹ ਬੜਾ ਸੋਹਣਾ ਮੰਨਦੇ ਤੇ ਦੇਖਣ ਦੂਰੋਂ ਦੂਰੋਂ ਆਉਂਦੇ ਹਨ ਕਿ ਫਲਾਣੇ ਨੇ ਮੋਰ ਰੱਖੇ ਨੇ ਜਾਂ ਉੱਥੇ ਮੋਰ ਦੇਖਣ ਨੂੰ ਮਿਲਦੇ ਹਨ। ਮੋਰ ਦੇਖਣ ਵਿੱਚ ਬੜਾ ਸੋਹਣਾ ਹੈ, ਉਹਦਾ ਰੰਗ ਵੀ ਬੜਾ ਸੁੰਦਰ ਹੈ। ਬੋਲਤ ਬਾਨੀ ਅਤ ਸ਼ਰੂਰਾ, ਤੇ ਮੋਰ ਦੀ ਆਵਾਜ਼ ਵੀ ਬੜੀ ਸੁੰਦਰ ਹੈ ਨਾ ਕਿ ਉਹਦੀ ਆਵਾਜ਼ ਨੂੰ ਸੁਣ ਕੇ ਤੇ ਬੜਾ ਮਨ ਪ੍ਰਸੰਨ ਹੁੰਦਾ ਹੈ। ਬੀਨ ਬੀਨ ਕਿਰਮਨ ਕੋ ਖਾਹੀ, ਪਰ ਮੋਰ ਖਾਂਦਾ ਕੀ ਹੈ? ਚੁਣ ਚੁਣ ਕੇ ਜਿਹੜੇ ਕਿਰਮ ਹਨ ਉਹ ਮੋਰ ਖਾਂਦਾ ਹੈ। ਮੋਰ ਦਾ ਭੋਜਨ ਤਾਂ ਕਿਰਮ ਹਨ, ਕੀੜੇ ਹਨ। ਧਰਤੀ ਤੋਂ ਚੁੱਗ ਕੇ ਉਹ ਕੀੜੇ ਖਾ ਕੇ ਆਪਣੀ ਪੇਟ ਦੀ ਪੂਰਤੀ ਕਰਦਾ ਹੈ। ਕਿਉਂ ਦੰਬੀ ਪੇ ਅਬ ਜਗ ਮਾਹੀ, ਗੁਰਦੇਵ ਕਹਿੰਦੇ ਜਿਹੜੇ ਦੰਬੀ ਪਖੰਡੀ ਉਹ ਵੀ ਇਸੇ ਤਰ੍ਹਾਂ ਹਨ ਜਗਤ ਵਿੱਚ, ਸੰਸਾਰ ਵਿੱਚ। ਕਾਮ ਕ੍ਰੋਧ ਪੁਨ ਲੋਭ ਅਧੀਨਾ, ਜਿਹੜੇ ਅੰਦਰ ਨੇ ਉਹ ਤਾਂ ਕਾਮ ਦੇ ਨਾਲ, ਕ੍ਰੋਧ ਦੇ ਨਾਲ, ਲੋਭ ਦੇ ਨਾਲ ਭਰੇ ਹਨ। ਅਹੰਕਾਰ ਅਤਿਸ਼ੈ ਮਨ ਭੀਨਾ, ਅਹੰਕਾਰ ਕਰਕੇ ਮਨ ਜਿਹੜਾ ਉਹ ਭਰਿਆ ਪਿਆ ਹੈ। ਪਾਏ ਨਰਕ ਮੈਂ ਕਸ਼ਟ ਵਿਸਾਲਾ, ਤੇ ਨਰਕਾਂ ਦੇ ਵਿੱਚ ਭਾਰੀ ਕਸ਼ਟ ਹੀ ਪਾਉਣਗੇ। ਲੋਕ ਦੇਖ ਕੇ ਮੋਰ ਨੂੰ ਪ੍ਰਸੰਨਤਾ ਹੋ ਲੈਂਦੇ ਨੇ। ਇਸੇ ਤਰ੍ਹਾਂ ਜਿਹੜੇ ਪਖੰਡੀ ਨੇ ਉਹ ਬਾਹਰੋਂ ਸੋਹਣਾ ਸੋਹਣਾ ਭੇਖ ਬਣਾ ਕੇ ਆਉਣਗੇ ਤੇ ਲੋਕਾਂ ਨੂੰ ਸੋਹਣੀਆਂ ਗੱਲਾਂ ਸੁਣਾ ਕੇ, ਸੱਜਣ ਠੱਗ ਵਰਗੇ ਜਿਸ ਤਰ੍ਹਾਂ ਉਹਨਾਂ ਦੇ ਕਰਮ ਹਨ ਤਾਂ ਬਖਸ਼ੇ ਜਾ ਸਕਦੇ ਨੇ ਜੇ ਪੂਰਾ ਗੁਰੂ ਮਿਲ ਜਾਵੇ। ਜਿਸ ਤਰ੍ਹਾਂ ਸੱਜਣ ਠੱਗ ਨੂੰ ਸਤਿਗੁਰੂ ਮਿਲੇ ਤੇ ਉਹਨੂੰ ਸੰਤ ਬਣਾਇਆ, ਪਰ ਜਿੰਨਾ ਚਿਰ ਪੂਰੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਸੰਗਤ ਨਹੀਂ ਨਾ ਕਰਦੇ, ਉਹਨਾਂ ਚਿਰ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਜਿਹੜਾ ਮੈਂ ਮਾੜਾ ਕਰਮ ਕਰ ਰਿਹਾ ਇਹਦਾ ਫਲ ਵੀ ਮੈਨੂੰ ਭੋਗਣਾ ਪੈਣਾ ਹੈ। ਗੁਰਦੇਵ ਕਹਿੰਦੇ ਜਿਸ ਤਰ੍ਹਾਂ ਮੋਰ ਦੇਖਣ ਵਿੱਚ ਬੜਾ ਸੋਹਣਾ ਹੈ, ਉਹ ਚੁਣ ਚੁਣ ਕੇ ਕਿਰਮ ਖਾਂਦਾ ਹੈ, ਪਖੰਡੀ ਵੀ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਅੰਦਰ ਭਰੇ ਨੇ, ਪਰ ਸੋਹਣੇ ਸੋਹਣੇ ਭੇਖ ਬਣਾ ਕੇ ਲੋਕਾਂ ਨੂੰ ਬਾਹਰੋਂ ਦੱਸਦੇ ਹਨ। ਤਬ ਪੁਛਤਾਏ ਫਸੇ ਜਮ ਜਾਲਾ, ਉਦੋਂ ਪਛਤਾਉਣਗੇ ਜਦੋਂ ਜਮਾਂ ਦੇ ਜਾਲ ਦੇ ਵਿੱਚ ਫਸਣਗੇ। ਦੋਹਰਾ ਮਿਲੇ ਵਡਾਈ ਨਾਮ ਤੇ ਇਸ ਉਪਰ ਨਹੀਂ ਔਰ, ਗੁਰਦੇਵ ਕਹਿੰਦੇ ਪਰਲੋਕ ਵਿੱਚ ਨਾਮ ਦੇ ਨਾਲ ਹੀ ਵਡਿਆਈ ਮਿਲਦੀ ਹੈ। ਨਾਮ ਤੋਂ ਉੱਪਰ ਹੋਰ ਕੋਈ ਵੀ ਜਿਹੜਾ ਕਰਮ ਨਹੀਂ ਹੈ, ਸਭ ਤੋਂ ਉੱਪਰ ਹੈ ਨਾਮ। ਜਿੰਨੇ ਮਰਜ਼ੀ ਕਰਮ ਹੋਰ ਕਰੀਏ ਇਹ ਸਿਫਰਾਂ ਹਨ ਤੇ ਸਿਫਰਾਂ ਦੀ ਵੈਲਿਊ ਤਾਂ ਪੈਂਦੀ ਹੈ ਜੇ ਏਕਾ ਨਾਲ ਲੱਗੇ, ਤੇ ਜੇ ਏਕਾ ਹੀ ਨਾ ਲਾਈਏ ਤੇ ਕਿੰਨੀਆਂ ਸਿਫਰਾਂ ਲਿਖੀ ਜਾਈਏ ਉਹਦੀ ਕੋਈ ਵੈਲਿਊ ਨਹੀਂ। ਜਿੰਨੇ ਮਰਜ਼ੀ ਧਰਮ ਦੇ ਕਰਮ ਕਰੀਏ ਪਰ ਜੇ ਨਾਮ ਹੀ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਗੁਰਦੇਵ ਕਹਿੰਦੇ ਇਹਦਾ ਫਿਰ ਬਹੁਤਾ ਲਾਭ ਨਹੀਂ। ਕਲਯੁਗ ਦੇ ਸਮੇਂ ਅੰਦਰ ਕੇਵਲ ਨਾਮ ਦੇ ਨਾਲ ਹੀ ਵਡਿਆਈ ਮਿਲਦੀ ਹੈ। 3 ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ, ਜਿਨ੍ਹਾਂ ਦੇ ਮਨ ਵਿੱਚ ਸੱਚਾ ਪ੍ਰਭੂ ਦਾ ਨਾਮ ਵਸਿਆ ਹੈ। ਪਰ ਲੋਕ ਵਿੱਚ ਦਰਗਾਹ ਵਿੱਚ ਉਹਨਾਂ ਦੇ ਮੱਥੇ ਤੇ ਜਸ ਰੂਪ ਟਿੱਕੇ ਲੱਗਦੇ ਹਨ। ਮਿਲੇ ਉਲਾਮੇ ਤਾਹੇ ਕੋ ਗੁਰ ਤਜ ਜਚ ਹੈ ਹੋਰ, ਉਹਨਾਂ ਨੂੰ ਉਲਾਂਭੇ ਮਿਲਦੇ ਹਨ ਜਿਹੜੇ ਗੁਰੂ ਨੂੰ ਤਿਆਗ ਕੇ ਹੋਰਾਂ ਪਾਸੋਂ ਮੰਗਦੇ, ਜਿਹੜੇ ਪ੍ਰਭੂ ਨੂੰ ਤਿਆਗ ਕੇ ਹੋਰਾਂ ਪਾਸੋਂ ਮੰਗਦੇ ਨੇ ਨਾ, ਉਹਨਾਂ ਨੂੰ ਤੇ ਫਿਰ ਉਲਾਂਭੇ ਮਿਲਦੇ ਨੇ। ਸਤਿਗੁਰੂ ਜੀ ਨੇ ਸ਼ਬਦ ਦੇ ਅਖੀਰਲੇ ਪਦੇ ਵਿੱਚ ਇਹ ਸਿੱਖਿਆ ਦਿੱਤੀ ਸੀ, ਜੇ ਘਰ ਹੋਦਾ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਹੀ। ਜੇ ਸਤ ਸੰਗਤ ਰੂਪੀ ਘਰ ਵਿੱਚ ਸਾਰਾ ਕੁਝ ਹੈ ਨਾ, ਪ੍ਰਭੂ ਦੇ ਦਰ ਤੋਂ ਸਭ ਕੁਝ ਮਿਲਦਾ ਹੈ, ਤੇ ਜੇ ਮਾਲਕ ਦੇ ਦਰ ਨੂੰ ਛੱਡ ਕੇ ਕਿਤੇ ਹੋਰ ਮੰਗਣ ਜਾਵਾਂਗੇ ਤੇ ਫਿਰ ਉਲਾਂਭੇ ਹੀ ਮਿਲਣਗੇ। ਰੇ ਜੀ ਨਿਲਾਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨ ਸੋਹੀ। ਤੇ ਸਭ ਤੋਂ ਉੱਚਾ ਦਰ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਪੰਚਮ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਨੂੰ ਸਿੱਧ ਵੀ ਹੱਥ ਜੋੜ ਕੇ ਕਹਿੰਦੇ ਨੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਸ ਤੋਂ ਵੱਡਾ ਦਰ ਹੋਰ ਕਿਸੇ ਦਾ ਨਹੀਂ
ਕੇਵਲ ਆਪਣੇ ਮਨ ਨੂੰ ਟਿਕਾਉਣ ਦਾ ਆਪਾਂ ਯਤਨ ਕਰੀਏ, ਇੱਥੇ ਸਭ ਕੁਝ ਮਿਲਦਾ ਹੈ। ਸਤਿਗੁਰੂ ਕਹਿਣ ਲੱਗੇ, ਜਿਹੜਾ ਇੱਕ ਅਕਾਲ ਪੁਰਖ ਦਾ ਦਰ ਛੱਡ ਕੇ, ਮਾਲਕ ਦਾ ਦਰ ਛੱਡ ਕੇ ਹੋਰਾਂ ਪਾਸੋਂ ਮੰਗਣ ਤੁਰਦਾ ਹੈ। ਮਹਾਂਪੁਰਖ ਬੜਾ ਸੋਹਣਾ ਬਚਨ ਕਹਿੰਦੇ ਸਨ ਬਾਬਾ ਆਨੰਦ ਸਿੰਘ ਜੀ, ਕਹਿੰਦੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੂਰੀ ਨਾ ਪਈ, ਉਹ ਕਿਤੇ ਵੀ ਚਲੇ ਜਾਣ, ਕਿੰਨੇ ਵੀ ਯਤਨ ਕਿਉਂ ਨਾ ਕਰ ਲੈਣ, ਉਹਨਾਂ ਦੀ ਕਿਤੇ ਵੀ ਪੂਰੀ ਨਹੀਂ ਪੈਣੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਕੇ ਇੱਥੇ ਤਾਂ ਸਭ ਕੁਝ ਮਿਲਦਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸ਼ਰਨੀ ਪਾਈ। ਸਤਿਗੁਰੂ ਕਹਿਣ ਲੱਗੇ, ਜੇ ਅਕਾਲ ਪੁਰਖ ਨੂੰ ਛੱਡ ਕੇ ਹੋਰਾਂ ਪਾਸੋਂ ਮੰਗਾਂਗੇ ਤਾਂ ਕਿਤੇ ਪੂਰੀ ਨਹੀਂ ਪੈਣੀ, ਫਿਰ ਤਾਂ ਉਲਾਂਭੇ ਹੀ ਮਿਲਨੇ ਹਨ। ਚਾਉ ਪਈ ਜਬ ਸਤਿਗੁਰ ਅਸ ਬਚਨੇ ਉਚਾਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਥੁਰਾ ਦੇ ਨੇੜੇ ਜਿਹੜੀ ਬ੍ਰਿਜ ਦੀ ਧਰਤੀ ਹੈ, ਉੱਥੇ ਪਾਤਸ਼ਾਹ ਜੀ ਨੇ ਇਹਨਾਂ ਦੇ ਤਾਈਂ ਇਹ ਉਪਦੇਸ਼ ਦਿੱਤਾ ਹੈ। ਦੰਬੀ ਲੱਜਿਤ ਸਭਾ ਮਝਾਰੇ। ਹੁਣ ਜਿਹੜੇ ਪਖੰਡੀ ਅੱਗੇ ਹੋ ਕੇ ਬੈਠੇ ਸੀ ਨਾ, ਉਹ ਸਭਾ ਦੇ ਵਿੱਚ ਬੜੇ ਲੱਜਤ ਹੋਏ, ਸ਼ਰਮਸਾਰ ਹੋਏ ਨੇ। ਤੇ ਜਿਹੜੇ ਪਖੰਡੀ ਹਨ ਇੱਥੇ ਦੰਭ ਕਰਦੇ ਨੇ, ਜਦੋਂ ਐਸੀ ਕੋਈ ਗੱਲ ਸੁਣਨ ਨੂੰ ਮਿਲੇ ਤੇ ਫਿਰ ਇੱਥੇ ਤਾਂ ਲੱਜਤ ਹੁੰਦੇ ਨੇ ਆਪਣੇ ਅੰਦਰ, ਪਰ ਦਰਗਾਹ ਦੇ ਵਿੱਚ ਤਾਂ ਫਿਰ ਉਹ ਲੇਖਾ ਦੇਣਾ ਹੀ ਪੈਂਦਾ ਹੈ ਨਾ। ਲੋਕ ਅਤੇ ਪਰਲੋਕ ਦੋਨੋਂ ਹੀ ਆਪਣੇ ਗਵਾ ਲੈਂਦੇ ਨੇ, ਲੋਕ ਗਾਇਓ ਪਰਲੋਕ ਗਵਾਇਓ। ਇਹ ਜਿਹੜੇ ਪਖੰਡੀ ਸਨ ਬੜੇ ਸ਼ਰਮਸਾਰ ਹੋਏ। ਪੰਡਤ ਪ੍ਰਸ਼ਨ ਕਰੈ ਕਹਿ ਬਾਨੀ। ਸਤਿਗੁਰੂ ਜੀ ਨੂੰ ਜਿਹੜੇ ਪੰਡਤ ਸਨ ਫਿਰ ਪੁੱਛਣ ਲੱਗੇ, ਉਹਨਾਂ ਨੇ ਪ੍ਰਸ਼ਨ ਕੀਤਾ ਹੈ, ਕਹੇ ਉਪਾਸਨਾ ਤੁਮ ਮਨ ਠਾਨੀ। ਕਹਿਣ ਲੱਗੇ, ਸੰਤ ਜੀ ਸਾਨੂੰ ਇਹ ਦੱਸੋ ਕਿ ਤੁਸੀਂ ਕਿਸ ਦੀ ਉਪਾਸਨਾ ਕਰਦੇ ਹੋ। ਜਿਸ ਤਰ੍ਹਾਂ ਸਿੱਧਾ ਨੇ ਵੀ ਸਵਾਲ ਕੀਤਾ ਸੀ ਨਾ ਕਿ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇ ਬੰਦੇ ਦੇ ਗੁਰੂ ਦੇ ਹਿਸਾਬ ਦੇ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਹਦਾ ਉਪਾਸ਼ਕ ਹੈ ਤੇ ਕਿੰਨੀ ਕਿ ਤਾਕਤ ਦਾ ਮਾਲਕ ਹੈ। ਤੇ ਉਸ ਵੇਲੇ ਸਤਿਗੁਰਾਂ ਨੂੰ ਇਹਨਾਂ ਨੇ ਸਵਾਲ, ਇਹ ਪੰਡਤਾਂ ਨੇ ਉਹ ਕੀਤਾ ਜਦੋਂ ਸ਼ਰਮਸਾਰ ਹੋਏ ਕਿ ਤਾਂ ਸਾਡੇ ਤੋਂ ਵੀ ਕੋਈ ਮਹਾਨ ਵਿਦਵਾਨ, ਉੱਚ ਕੋਟੀ ਦੇ ਵਿਦਵਾਨ ਹਨ। ਉਸ ਵੇਲੇ ਪ੍ਰਸ਼ਨ ਕਰਦੇ ਨੇ, ਕਹਿੰਦੇ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਸ ਦੇ ਉਪਾਸ਼ਕ ਹੋ। ਨਿਰਗੁਣ ਕੈ ਸਰਗੁਣ ਕੀ ਸੇਵਾ। ਸਾਨੂੰ ਇਹ ਦੱਸੋ ਕਿ ਤੁਸੀਂ ਨਿਰਗੁਣ ਦੀ ਸੇਵਾ ਕਰਦੇ ਹੋ ਕਿ ਸਰਗੁਣ ਦੀ। ਇਹ ਕੀ ਕਰੋ ਕਹੋ ਨਿਜ ਭੇਵਾ। ਆਪਣਾ ਭੇਦ ਖੋਲ ਕੇ ਦੱਸੋ ਕਿ ਤੁਸੀਂ ਨਿਰਗੁਣ ਦੇ ਉਪਾਸ਼ਕ ਹੋ ਕਿ ਸਰਗੁਣ ਦੇ। ਸੁਣ ਸ੍ਰੀ ਨਾਨਕ ਬੈਨੇ ਉਚਾਰੇ। ਇਹਨਾਂ ਦਾ ਪ੍ਰਸ਼ਨ ਸੁਣ ਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਉੱਤਰ ਦਿੱਤਾ, ਪ੍ਰਿਥਕ ਪ੍ਰਿਥਕ ਦੁਆ ਨਹੀਂ ਵਿਚਾਰੇ। ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਇਹਨਾਂ ਨੂੰ ਵੱਖਰਾ ਵੱਖਰਾ ਨਹੀਂ ਵਿਚਾਰਦੇ। ਤੁਹਾਡੇ ਹਿਸਾਬ ਦੇ ਨਾਲ ਨਿਰਗੁਣ ਹੋ ਰਿਹਾ ਤੇ ਤੁਹਾਡੇ ਹਿਸਾਬ ਨਾਲ ਸਰਗੁਣ ਹੋ ਰਿਹਾ, ਪਰ ਇਹੋ ਉਪਦੇਸ਼ ਸਤਿਗੁਰੂ ਜੀ ਨੇ ਬਾਣੀ 'ਚ ਸਾਨੂੰ ਦਿੱਤਾ ਹੈ, ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਕਹਿੰਦੇ ਸਾਡੀ ਵਿਚਾਰ ਵਿੱਚ ਨਿਰਗੁਣ ਸਰਗੁਣ ਵੱਖਰੇ ਨਹੀਂ ਹਨ। ਭੇਦ ਹੋਏ ਤੋ ਪ੍ਰਿਥਕ ਸੇਵਾ। ਜੇ ਕੋਈ ਇਹਨਾਂ ਵਿੱਚ ਭੇਦ ਹੋਵੇ ਤਾਂ ਅਸੀਂ ਵੱਖਰੇ ਦੀ ਸੇਵਾ ਕਰੀਏ। ਨਿਰਗੁਣ ਸਰਗੁਣ ਲਖੋ ਅਭੇਵਾ। ਪਰ ਉਹ ਭੇਦ ਤੋਂ ਰਹਿਤ ਹੈ ਤੇ ਨਿਰਗੁਣ ਅਤੇ ਸਰਗੁਣ ਇੱਕ ਹੀ ਸਰੂਪ ਹੈ ਉਸ ਦਾ। ਜੋ ਦੋਨੋਂ ਮੈਂ ਭੇਦ ਪਛਾਨੇ। ਜਿਹੜਾ ਦੋਨਾਂ ਵਿੱਚ ਭੇਦ ਜਾਣਦਾ ਹੈ ਕਿ ਨਿਰਗੁਣ ਹੋਰ ਹੈ ਤੇ ਸਰਗੁਣ ਹੋਰ ਹੈ, ਸੋ ਮਾਨਵ ਜਾਨੋ ਅਨਜਾਣੇ। ਗੁਰਦੇਵ ਕਹਿੰਦੇ ਉਹ ਮਨੁੱਖ ਅਣਜਾਣ ਹਨ, ਜਿਨ੍ਹਾਂ ਨੂੰ ਇਹੋ ਹੀ ਪਤਾ ਨਹੀਂ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਆਪਾਂ ਚੌਪਈ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਨਾ, ਜਾਬੁਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਦੋਂ ਤੁਹਾਨੂੰ ਭਾਵਦਾ ਹੈ ਏਕ ਓੰਗ ਸਿਆਮਾ ਬਹੁ ਪਰਜਾਏ ਤੇ, ਇੱਕ ਤੋਂ ਮੈਂ ਬਹੁਤੇ ਰੂਪ ਹੋਵਾਂ, ਤੇ ਫਿਰ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ। ਸਾਰਾ ਸਰੂਪ ਹੀ ਤੁਹਾਡਾ ਹੈ, ਸਾਰਾ ਪਸਾਰਾ ਹੀ ਤੁਹਾਡਾ ਹੈ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜਦੋਂ ਉਹ ਆਪ ਜੀ ਮਾਇਆ ਤੋਂ 3 ਗੁਣ, 3 ਗੁਣਾ ਤੋਂ 5 ਤੱਤ ਤੇ 5 ਤੱਤਾਂ ਦੀ ਸ੍ਰਿਸ਼ਟੀ ਰਚਦੇ ਹੋ, ਤੇ ਫਿਰ ਸਾਰਿਆਂ ਵਿੱਚ ਆਪ ਹੀ ਆਸਣ ਲਾ ਲੈਂਦੇ ਹੋ, ਤੇ ਫਿਰ ਸਰਗੁਣ ਸਰੂਪ ਹੋ ਜਾਂਦੇ ਹੋ। ਤੇ ਜਦੋਂ ਸਾਰਾ ਕੁਝ ਆਪਣਾ ਸੰਕੋਚ ਲੈਂਦੇ ਹੋ, ਤੇ ਫਿਰ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਤੇ ਫਿਰ ਨਿਰਗੁਣ ਇੱਕ ਹੀ ਸਰੂਪ ਹੈ। ਇਸ ਤਰ੍ਹਾਂ ਗੁਰਦੇਵ ਕਹਿਣ ਲੱਗੇ, ਨਿਰਗੁਣ ਅਤੇ ਸਰਗੁਣ ਇਹਨਾਂ ਵਿੱਚ ਅਸੀਂ ਭੇਦ ਨਹੀਂ ਮੰਨਦੇ। ਦੋਹਰਾ ਨਿਰਗੁਣ ਹੈ ਸਭ ਦੇਹ ਮੈਂ। ਜਿਹੜਾ ਨਿਰਗੁਣ ਹੈ ਉਹ ਆਪ ਹੀ ਸਾਰੀਆਂ ਦੇਹਾਂ ਦੇ ਵਿੱਚ ਬੈਠਾ ਹੈ। ਦ੍ਰਿਸ਼ਟਾਵਤ ਹੈ ਸੋਏ। ਜੋ ਕੁਝ ਵੀ ਦਿਸ ਰਿਹਾ ਹੈ ਨਾ, ਉਹਦਾ ਆਪਣਾ ਹੀ ਤਾਂ ਰੂਪ ਹੈ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ। ਜੇ ਨਿਰਗੁਣ ਦੇ ਵਿੱਚ ਕੋਈ ਨੇਤਰ ਨਹੀਂ ਹੈ ਤੁਹਾਡਾ, ਸਰਗੁਣ ਦੇ ਵਿੱਚ ਸਾਰੇ ਨੇਤਰ ਹੀ ਤੁਹਾਡੇ ਨੇ। ਨੇਤਰਾਂ ਵਿੱਚ ਨੇਤਰ ਰੂਪ ਹੋ ਕੇ ਬੈਠੇ ਹੋ ਤੇ ਨੇਤਰ ਦੇਖ ਰਹੇ।
ਕੰਨਾਂ ਵਿੱਚ ਕੰਨ ਰੂਪ ਹੋ ਕੇ ਬੈਨੇ ਹੋ ਤੇ ਕੰਨ ਸੁਣਦੇ ਨੇ। ਜੇ ਆਪਣੀ ਜੋਤ ਖਿੱਚ ਲਓ ਤੇ ਫਿਰ ਉਹ ਕੰਨ ਸੁਣਨਾ ਹੀ ਬੰਦ ਕਰ ਦਿੰਦਾ ਹੈ, ਨੇਤਰ ਦੇਖਣਾ ਹੀ ਬੰਦ ਕਰ ਦਿੰਦਾ ਹੈ। ਸਹਿਸਤਾ ਵਨੈਣ, ਹਜ਼ਾਰਾਂ ਹੀ ਤੁਹਾਡੇ ਨੇਤਰ, ਇਹ ਸਾਰੇ ਤੁਹਾਡੇ ਆਪਣੇ ਹੀ ਨੇਤਰ ਹਨ। ਹਜ਼ਾਰਾਂ ਹੀ ਤੁਹਾਡੇ ਸਰਗੁਣ ਸਰੂਪ ਵਿੱਚ ਚਰਨ ਹਨ ਤੇ ਨਿਰਗੁਣ ਵਿੱਚ ਕੋਈ ਵੀ ਨਹੀਂ ਹੈ। ਚੱਕਰ ਚਿਹਨਰ ਬਰਨ ਜਾਤਰ ਪਾਤ ਨਹਿਨ ਜੇ, ਰੂਪ ਰਾਂਗਰ ਰੇਖ ਪੇ ਕੂ ਕਹਿ ਨ ਸਕਤ ਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜੇ ਅਣਜਾਣ ਨੇ ਨਾ, ਉਹ ਨਿਰਗੁਣ ਨੂੰ ਸਰਗੁਣ ਨੂੰ ਵੱਖ-ਵੱਖ ਜਾਣਦੇ, ਪਰ ਗੁਰਦੇਵ ਕਹਿੰਦੇ ਸਾਡਾ ਤੇ ਇਹੋ ਹੀ ਮੰਨਣਾ ਹੈ ਕਿ ਨਿਰਗੁਣ ਨੇ ਹੀ ਇਹ ਸਾਰੀਆਂ ਦੇਹਾਂ ਧਾਰਨ ਕੀਤੀਆਂ, ਸਰਗੁਣ ਸਰੂਪ ਧਾਰਿਆ ਹੈ। ਬ੍ਰਿਜ ਮੈਂ ਕਰੈ ਕਲੋਲ ਪੁਨ, ਜਿਹੜਾ ਸ੍ਰੀ ਕ੍ਰਿਸ਼ਨ ਜੀ ਦਾ ਭੇਖ ਸੀ ਉਹ ਬ੍ਰਿਜ ਦੇ ਵਿੱਚ ਆ ਕਰਕੇ ਕਲੋਲ ਕਿੰਨਾ ਕੀਤੇ ਹਨ। ਤਨ ਧਰ ਸਰਗੁਣ ਸੋਏ, ਤੇ ਉਸੇ ਪ੍ਰਭੂ ਨੇ ਹੀ ਤਾਂ ਸਰਗੁਣ ਸਰੂਪ ਧਾਰਨ ਕਰਕੇ ਸਾਰੇ ਕਲੋਲ ਕੀਤੇ ਨੇ। ਭਾਵ ਜਿੰਨੀ ਵੀ ਇਹ ਸ੍ਰਿਸ਼ਟੀ ਦਿਸ ਰਹੀ ਹੈ ਸਾਰਿਆਂ ਵਿੱਚ ਜੋਤ ਤਾਂ ਉਹ ਪਰਮਾਤਮਾ ਦੀ ਆਪਣੀ ਹੈ। ਕਹੋ ਕਬੀਰ ਹਮ ਰਾਮ ਕੀ ਅੰਸ਼। ਮਹਾਰਾਜ ਜਦੋਂ ਸਰਗੁਣ ਸਰੂਪ ਦਰਸਾਉਂਦੇ ਨੇ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਕਹਿੰਦੇ ਸਾਰੇ ਸਰੂਪ ਹੀ ਉਸੇ ਦੇ ਨੇ। ਜਿਹੜੇ ਇੱਥੇ ਵੀ ਕਲੋਲ ਕੀਤੇ ਨੇ ਉਹ ਆਪ ਹੀ ਸਰਗੁਣ ਸਰੂਪ ਧਾਰ ਕੇ ਕੀਤੇ ਨੇ। ਚਾਉ ਪਈ ਸ੍ਰੀ ਕ੍ਰਿਸ਼ਨ ਪੇ ਹੈ ਅਵਤਾਰਾ, ਸ੍ਰੀ ਕ੍ਰਿਸ਼ਨ ਜੀ ਅਵਤਾਰ ਹੋਏ ਹਨ। ਜਿਨ ਅਵਨੀ ਕੋ ਭਾਰ ਨਿਵਾਰਾ, ਤੇ ਇਸ ਬ੍ਰਿਜ ਧਰਤੀ ਦੇ ਨੇੜੇ ਜਿਹੜਾ ਮਥੁਰਾ ਨਗਰ ਹੈ ਇੱਥੇ ਅਵਤਾਰ ਧਾਰਨ ਕੀਤਾ। ਕਦੋਂ ਕਦੋਂ ਅਵਤਾਰ ਆਉਂਦੇ ਨੇ? ਜਬ ਜਬ ਅਰਿਸ਼ਟ ਹੋਤ ਅਪਾਰਾ, ਤਬ ਤਬ ਦੇਹ ਧਰਤੇ ਅਵਤਾਰਾ। ਜਦ ਜਦ ਧਰਤੀ ਤੇ ਪਾਪ ਵੱਧਦੇ ਨੇ ਤਦੋਂ ਪਰਮਾਤਮਾ ਆਪ ਅਵਤਾਰ ਭੇਜਦੇ ਹਨ ਸੰਸਾਰ ਦੇ ਵਿੱਚ, ਅਤੇ ਉਹ ਅਵਤਾਰੀ ਪੁਰਖ ਆ ਕੇ ਸੰਸਾਰ ਦਾ ਭਾਰ ਹੌਲਾ ਕਰਦੇ ਨੇ। ਤੇ ਕੇ ਚਰਿਤਰ ਦੇ ਤੁਮ ਧਾਰੋ, ਗੁਰਦੇਵ ਕਹਿੰਦੇ ਉਹਨਾਂ ਨੇ ਜਿਹੜੇ ਇੱਥੇ ਚਰਿੱਤਰ ਕੀਤੇ ਨੇ ਨਾ ਉਹ ਧਾਰਨ ਕਰੋ। ਸ਼ੁੱਧ ਆਤਮੈ ਕਪਟ ਵਿਸਾਰੂ, ਤੇ ਜੇ ਉਹਨਾਂ ਨੇ ਇੱਥੇ ਬੈਠ ਕੇ ਭਗਤੀ ਕੀਤੀ, ਸਿਮਰਨ ਕੀਤਾ, ਜਿਸ ਤਰ੍ਹਾਂ ਅਰਜੁਨ ਦੇ ਤਾਈਂ ਵੀ ਇਹੋ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ ਉਹ ਉਪਦੇਸ਼ ਤਾਂ ਤੁਸੀਂ ਧਾਰਨ ਨਹੀਂ ਕਰਦੇ, ਕੇਵਲ ਉਹ ਸਵਾਂਗ ਰਚ ਕਰਕੇ ਕਪਟ ਕਰਦੇ ਹੋ, ਨਿਰਤਕਾਰੀਆਂ ਕਰਦੇ ਹੋ ਤੇ ਵਿਕਾਰਾਂ ਨੂੰ ਭੋਗਦੇ ਹੋ। ਜੇ ਕਹਿੰਦੇ ਹੋ ਕਿ ਅਵਤਾਰਾਂ ਨੇ ਇਸ ਤਰ੍ਹਾਂ ਕੀਤਾ ਹੈ, ਪਰ ਗੁਰਦੇਵ ਨੇ ਬਾਣੀ ਵਿੱਚ ਵੀ ਇਹੋ ਉਪਦੇਸ਼ ਦਿੱਤਾ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਇਆ ਸਾਕਾਰ ਕਮਾਵੋ। ਸਿੱਖ ਦਾ ਫਰਜ਼ ਇਹ ਨਹੀਂ ਬਣਦਾ ਕਿ ਆਪਣੇ ਗੁਰੂ ਦਾ ਜਿਹੜਾ ਪਹਿਰਾਵਾ ਪਾ ਕੇ ਤੇ ਸਵਾਂਗ ਰਚਣ ਲੱਗ ਪਏ। ਜੋ ਉਪਦੇਸ਼ ਦਿੱਤਾ ਹੈ ਉਹ ਕਮਾਉਣ ਦਾ ਯਤਨ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਅੰਤਰਾਤਮਾ ਤਾਂ ਸ਼ੁੱਧ ਹੋਵੇਗੀ ਜੇ ਤੁਸੀਂ ਉਹਨਾਂ ਦਾ ਇਹ ਉਪਦੇਸ਼ ਕਮਾਵੋ। ਜਿਸ ਤਰ੍ਹਾਂ ਉਹਨਾਂ ਨੇ ਭਗਤੀ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ ਹੈ, ਇਹ ਵੀ ਤੁਸੀਂ ਇਸ ਤਰ੍ਹਾਂ ਕਰਕੇ ਆਪਣੇ ਅੰਤਰਾਤਮੇ ਨੂੰ ਸ਼ੁੱਧ ਕਰ ਸਕਦੇ ਹੋ। ਭਵ ਬੰਧਨ ਮੈਂ ਦਿੜ ਜੇ ਬਾਂਧੇ, ਜਿਹੜੇ ਸੰਸਾਰ ਦੇ ਨਾ ਜਨਮ ਮਰਨ ਦੇ ਬੰਧਨਾਂ ਚ ਵੱਜੇ ਹਨ, ਛੁਟਹਿਤ ਨੇ ਤੇ ਹਰ ਹਰਿ ਆਰਾਧੇ। ਜੇ ਹਰੀ ਦੀ ਆਰਾਧਨਾ ਕਰੋਗੇ, ਸਿਮਰਨ ਕਰੋਗੇ, ਭਗਤੀ ਕਰੋਗੇ, ਉਹਦੀ ਆਰਾਧਨਾ ਕਰਨ ਦੇ ਨਾਲ ਜਨਮ ਮਰਨ ਦੇ ਬੰਧਨ ਛੁੱਟ ਜਾਣਗੇ। ਕਲ ਮਲ ਕਰੋ ਅੰਤ ਦੁਖਦਾਈ, ਤੇ ਜਿਹੜੇ ਪਾਪ ਹਨ ਉਹ ਬਹੁਤੇ ਦੁਖਦਾਈ ਹਨ। ਜਪੋ ਨਾਮ ਸਭ ਹੋਏ ਸਹਾਈ, ਗੁਰਦੇਵ ਕਹਿੰਦੇ ਨਾਮ ਜਪੋਗੇ, ਭਗਤੀ ਕਰੋਗੇ ਤਾਂ ਨਾਮ ਜਿਹੜਾ ਉਹ ਪਰਲੋਕ ਵਿੱਚ ਵੀ ਸਹਾਈ ਹੋਵੇਗਾ। ਕਲ ਮਹਿ ਹਰ ਕੀਰਤਨ ਪ੍ਰਧਾਨਾ, ਕਲਯੁਗ ਦੇ ਵਿੱਚ ਹਰੀ ਦਾ ਕੀਰਤਨ, ਪ੍ਰਭੂ ਦੀ ਕੀਰਤੀ ਪ੍ਰਧਾਨ ਹੈ। ਅਪਰ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਗੁਰਦੇਵ ਕਹਿੰਦੇ ਕਲਯੁਗ ਦੇ ਸਮੇਂ ਅੰਦਰ ਕੇਵਲ ਤਾਂ ਕੇਵਲ ਹਰੀ ਦੀ ਭਗਤੀ, ਉਹਦਾ ਸਿਮਰਨ ਹੀ ਪ੍ਰਧਾਨ ਹੈ। ਅਪਰ ਨ ਜਾਣੋ ਇਸੈ ਸਮਾਨਾ, ਨਾਮ ਦੇ ਸਦਰਸ਼, ਨਾਮ ਦੇ ਤੁਲ ਹੋਰ ਕੁਝ ਵੀ ਨਹੀਂ ਹੈ। ਭਗਤ ਕਰੋ ਸਭ ਹੀ ਸੁਖ ਪਾਵੋ, ਜੇ ਭਗਤੀ ਕਰੋਗੇ, ਸਿਮਰਨ ਕਰੋਗੇ ਤੇ ਸਾਰੇ ਸੁੱਖ ਤੁਹਾਡੀ ਝੋਲੀ ਪੈਣਗੇ। ਕਸ਼ਟ ਹੋਏ ਜੇ ਦੰਭ ਕਮਾਵੋ, ਜੇ ਤੁਸੀਂ ਪਖੰਡ ਕਰੋਗੇ ਨਾ, ਅਵਤਾਰਾਂ ਵਾਲਾ ਪਹਿਰਾਵਾ ਪਾ ਕੇ ਸਵਾਂਗ ਰਚੋਗੇ, ਨਿਰਤਕਾਰੀਆਂ ਕਰੋਗੇ, ਮਨ ਵਿਕਾਰੀ ਹੋਣਗੇ ਤੇ ਫਿਰ ਦੁੱਖ ਹੀ ਤਾਂ ਪਾਵੋਗੇ। ਪਰ ਕਿੰਨੇ ਕੁ ਹਨ ਜਿਹੜੇ ਕਮਾਈ ਕਰ ਰਹੇ ਨੇ, ਸਿਮਰਨ ਕਰ ਰਹੇ ਨੇ, ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹ ਰਹੇ ਹਨ, ਗੀਤਾ ਪੜ੍ਹ ਕੇ, ਸੋ ਆਪਣੇ ਜੀਵਨ ਦਾ ਜਿਹੜਾ ਪਰਮਾਰਥ ਹੈ ਉਹਨੂੰ ਸਮਝ ਰਹੇ ਹਨ, ਵਿਰਲੇ ਹਨ। ਬਹੁਤੇ ਤਾਂ ਸਵਾਂਗ ਰਚ ਕੇ, ਨਿਰਤਕਾਰੀਆਂ ਕਰਕੇ, ਨਾਚ ਦੇ ਕਰਕੇ ਘਰਾਂ ਨੂੰ ਆ ਜਾਂਦੇ ਨੇ, ਜਿਹਦੇ ਨਾਲ ਮਨ ਵਿਕਾਰੀ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ ਸਵਾਂਗ ਨਾ ਰਚੋ, ਜੇ ਉਧਾਰ ਚਾਹੁੰਦੇ ਹੋ ਤੇ ਸਿਮਰਨ ਕਰੋ, ਭਗਤੀ ਕਰੋ, ਹਰੀ ਦਾ ਨਾਮ ਜਪੋ, ਤੁਹਾਡੀ ਕਲਿਆਣ ਹੋਵੇਗੀ। ਦੋਹਰਾ
ਦਇਆ ਸਦਨ ਕੇ ਬਦਨ ਤੇ ਦਇਆ ਦੇ ਸਮੁੰਦਰ ਸਾਗਰ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਬਚਨ ਸੁਨੇ ਗਤ ਦੈਣ ਮੁਕਤੀ ਦੇਣ ਵਾਲੇ ਐਸੇ ਬਚਨ ਸਾਰਿਆਂ ਨੇ ਸੁਣੇ ਹਨ। ਹਿਰਦੈ ਸ਼ੁੱਧ ਬੰਧਨ ਕਰਤੁ ਸਤਿਗੁਰਾਂ ਦੇ ਬਚਨ ਸੁਣ ਕੇ ਹਿਰਦੇ ਸ਼ੁੱਧ ਹੋ ਗਏ। ਸਿੱਖ ਭਏ ਮਨ ਚੈਨ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ, ਮਨ ਵਿੱਚ ਚੈਨ ਆ ਗਿਆ ਅਤੇ ਉਸ ਵੇਲੇ ਸਤਿਗੁਰਾਂ ਦੇ ਸਿੱਖ ਬਣ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਪਰ ਇਸ ਪੰਥ ਦੇ ਹਿੱਸੇਦਾਰ ਕੌਣ ਬਣੇ ਨੇ? ਜਿਨ੍ਹਾਂ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਨੂੰ ਬੈਠ ਕੇ ਸਰਵਣ ਕੀਤਾ। ਸੋ ਸਤਿਗੁਰੂ ਜੀ ਦੇ ਪਾਵਨ ਵਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਨਮਸਕਾਰ ਕਰਨ ਵਾਸਤੇ ਤਾਂ ਬਹੁਤ ਚੱਲ ਕੇ ਆਉਂਦੇ ਨੇ, ਪਰ ਇੱਥੇ ਆਇਆ ਗਾਵਿਆ ਸੁਣਿਆ ਉਹਨਾਂ ਦਾ ਥਾਂ ਪੈਂਦਾ ਹੈ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਿਆ। ਜਿੰਨੇ ਵੀ ਉੱਥੇ ਬ੍ਰਿਜ ਨਿਵਾਸੀ ਸਨ ਜਾਂ ਜਿਹੜੇ ਉੱਥੇ ਮੇਲੇ ਵਿੱਚ ਇਕੱਤਰ ਹੋਏ ਸਨ, ਪੁਰਬ ਵਾਲੇ ਦਿਨ ਇਕੱਤਰ ਹੋਏ ਸਨ, ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਪਦੇਸ਼ ਨੂੰ ਮਨ ਕਰਕੇ ਸੁਣਿਆ। ਉਹਨਾਂ ਦੇ ਮਨ ਪਵਿੱਤਰ ਹੋ ਗਏ, ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਅੰਦਰ ਸ਼ਾਂਤ ਹੋ ਗਏ। ਜਿਹੜੇ ਮਨ ਕਦੇ ਨਹੀਂ ਸੀ ਸ਼ਾਂਤ ਹੋਏ, ਵਿਕਾਰਾਂ ਕਰਕੇ ਅੰਦਰ ਵਿਕਾਰਾਂ ਦੀ ਅੱਗ ਲੱਗੀ ਹੋਣ ਕਰਕੇ ਮਨ ਸਦਾ ਹੀ ਤੜਫਦੇ ਸਨ, ਮਨ ਸ਼ਾਂਤ ਹੋ ਗਏ ਤੇ ਬੇਨਤੀ ਕਰਨ ਲੱਗੇ ਸਾਨੂੰ ਆਪਣੇ ਸਿੱਖ ਕਰ ਲਓ। ਜਾਓ ਪਈ ਜਿਤੇ ਹਤੇ ਯਾਤਰੀ ਤੇ ਥਾਈ ਜਿੰਨੇ ਯਾਤਰੀ ਪੁਰਬ ਵਾਲੇ ਦਿਨ ਇੱਥੇ ਆਏ ਸਨ, ਸੁਣ ਸਤਿਗੁਰੂ ਢਿਗ ਆਵਤ ਥਾਈ ਸਤਿਗੁਰਾਂ ਦੀ ਮਹਿਮਾ ਨੂੰ ਸੁਣ ਸੁਣ ਕੇ ਸਾਰੇ ਗੁਰੂ ਜੀ ਦੇ ਕੋਲ ਆਉਣ ਲੱਗੇ। ਬੰਧਨ ਕਰਹਿ ਉਪਾਇਨ ਧਰ ਕੈ ਭੇਟਾਵਾਂ ਸਤਿਗੁਰਾਂ ਦੇ ਅੱਗੇ ਰੱਖ ਕੇ ਨਮਸਕਾਰਾਂ ਕਰਦੇ ਹਨ। ਬਿਨੈ ਭਣੈ ਮਹਾਪੁਰਖ ਵਿਚਰ ਕੈ ਜਾਣ ਲਿਆ ਕਿ ਇਹਨਾਂ ਨੇ ਕਿ ਪੂਰਨ ਮਹਾਪੁਰਖ ਹਨ, ਇਹ ਉਧਾਰ ਕਰਨ ਵਾਸਤੇ ਸਾਡੇ ਆਏ ਹਨ। ਜਾਣ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਸ੍ਰੀ ਗੁਰੂ ਸਾਹਿਬ ਦੇ ਉਪਦੇਸ਼ਾ ਸਤਿਗੁਰੂ ਸਾਰਿਆਂ ਦੀ ਕਲਿਆਣ ਵਾਸਤੇ ਉਧਾਰ ਵਾਸਤੇ ਉਪਦੇਸ਼ ਦਿੰਦੇ ਨੇ। ਸਤਨਾਮ ਸਿਮਰੋ ਜਗਤੇਸ਼ਾ ਇਹੋ ਹੀ ਉਪਦੇਸ਼ ਸਾਰਿਆਂ ਦੇ ਤਾਈਂ ਦਿੱਤਾ ਹੈ ਕਿ ਭਾਈ ਜੋ ਜਗਤ ਦਾ ਈਸ਼ ਮਾਲਕ ਪਰਮੇਸ਼ਰ ਹੈ ਨਾ, ਉਹਦੇ ਨਾਮ ਨੂੰ ਜਪੋ। ਉਹ ਆਪ ਵੀ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੈ। ਜੇ ਕਿਸੇ ਕੱਲੇ ਕੱਲੇ ਦੇਵਤੇ ਨਾਲ ਜੁੜੋਗੇ, ਕੱਲੀ ਕੱਲੀ ਜਗ੍ਹਾ ਨਾਲ ਜੁੜੋਗੇ, ਕਿਤੇ ਉਹ ਵੀ ਨਾਸ਼ ਹੋ ਗਈ ਤੇ ਉਹਦਾ ਨਾਮ ਵੀ ਆਉਣ ਵਾਲੇ ਸਮੇਂ 'ਚ ਖਤਮ ਹੋ ਸਕਦਾ ਹੈ। ਇਸ ਕਰਕੇ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਿਹੜੀ ਆਰੰਭ ਤੇ ਆਪਾਂ ਪਹਿਲਾ ਸ਼ਬਦ ਇੱਕੋ ਓੰਕਾਰ ਪੜ੍ਹਦੇ ਹਾਂ, ਸਾਰਿਆਂ ਦੇ ਤਾਈਂ ਮਹਾਰਾਜ ਨੇ ਇਹੋ ਉਪਦੇਸ਼ ਦਿੱਤਾ ਹੈ। ਜੋ ਜਗਤ ਦਾ ਮਾਲਕ ਈਸ਼ ਪਰਮਾਤਮਾ, ਉਹਦਾ ਨਾਮ ਜਪੋ, ਉਹ ਨਾਮ ਸੱਚ ਹੈ। ਭਾਉ ਭਗਤ ਕਰੀਏ ਛਲ ਖੋਏ ਗੁਰਦੇਵ ਕਹਿੰਦੇ ਛਲ ਨੂੰ ਖੋ ਕੇ, ਧੋਖੇ ਧੜੀ ਨੂੰ ਛੱਡ ਕੇ, ਪਖੰਡ ਨੂੰ ਛੱਡ ਕੇ ਇੱਕ ਪਰਮੇਸ਼ਰ ਦਾ ਨਾਮ ਜਪੋ। ਅਸ ਜੇ ਕਰੋ ਤੁਮਰੀ ਗਤ ਹੋਏ। ਜੇ ਇਸ ਤਰ੍ਹਾਂ ਪ੍ਰੇਮਾ ਭਗਤੀ ਕਰੋਗੇ ਨਾ ਤੇ ਤੁਹਾਡੀ ਕਲਿਆਣ ਹੋਵੇਗੀ, ਕੇਵਲ ਮੋਕਸ਼ ਨੂੰ ਪਾਓਗੇ। ਦਿਵਸ ਤੀਨ ਤਹ ਰਾਖਿਓ ਡੇਰਾ 3 ਦਿਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਥੁਰਾ ਦੇ ਨੇੜੇ ਜਿਹੜਾ ਇਹ ਬ੍ਰਿਜ ਅਸਥਾਨ ਸੀ, ਇੱਥੇ ਗੁਰਦੇਵ ਨੇ 3 ਦਿਨ ਆਪਣਾ ਡੇਰਾ ਰੱਖਿਆ ਹੈ। ਕਰ ਕੈ ਮਰਦਨ ਦੰਭ ਕਨੇਰਾ ਤੇ ਜਿਹੜਾ ਇੱਥੇ ਪਖੰਡ ਹੋ ਰਿਹਾ ਸੀ, ਉਹ ਪਖੰਡ ਦਾ ਨਾਸ਼ ਸਤਿਗੁਰਾਂ ਨੇ ਕੀਤਾ ਹੈ। ਆਗੈ ਗਮਨ ਕੀਨ ਗੁਣ ਖਾਨੀ ਗੁਣਾਂ ਦੀ ਖਾਨ ਉਦਾਰ ਕਰਤਾ ਜਗਤ ਦੇ ਸਤਿਗੁਰੂ ਇਥੋਂ ਬ੍ਰਿਜ ਨਿਵਾਸੀਆਂ ਨੂੰ ਉਪਦੇਸ਼ ਦੇ ਕੇ ਮਹਾਰਾਜ ਇਸ ਮਥੁਰਾ ਨਗਰੀ ਤੋਂ ਅੱਗੇ ਚੱਲੇ ਹਨ। ਯਾਹੇ ਅਨੇਕ ਉਧਾਰੇ ਪ੍ਰਾਨੀ ਜਿਨ੍ਹਾਂ ਨੇ ਜਾਂਦਿਆਂ ਰਸਤੇ ਵਿੱਚ ਵੀ ਅਨੇਕਾਂ ਪ੍ਰਾਣੀਆਂ ਦਾ ਉਦਾਰ ਕੀਤਾ ਹੈ। ਦੋਹਰਾ ਕਰਤਿਓ ਬਚਨ ਬਿਲਾਸ ਕੋ ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਦੁਗਨਾਸ਼ਕ ਸੁਖਦਾਈ ਦੁੱਖਾਂ ਨੂੰ ਨਾਸ਼ ਕਰਨ ਵਾਲੇ, ਸੁਖ ਦੇਣ ਵਾਲੇ ਸਤਿਗੁਰੂ। ਨਗਰ ਅਯੁੱਧਿਆ ਜਹੁ ਤੋ ਜਿਹੜਾ ਨਗਰ ਅਯੁੱਧਿਆ ਸੀ, ਜਿਨ ਮੈਂ ਪਹੁੰਚੇ ਆਏ। ਇਸ ਅਯੁੱਧਿਆ ਨਗਰ ਵਿੱਚ ਸਤਿਗੁਰੂ ਪਹੁੰਚ ਗਏ ਨੇ। ਇਹ ਨਗਰ ਯੂਪੀ ਦੇ ਵਿੱਚ ਹੈ, ਸ੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਹੈ। ਤੇ ਯੂਪੀ ਦੇ ਵਿੱਚ ਇਹ ਨਗਰ ਮਯੂਰ ਜਿਹੜੀ ਨਦੀ ਹੈ, ਉਸ ਦੇ ਕੰਢੇ ਦੇ ਉੱਤੇ ਇਹ ਸੋਹਣਾ ਨਗਰ ਵਸਿਆ। ਤੇ 3 ਇਹ ਅਸਥਾਨ ਹਨ। ਇੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਇੱਕ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਛੋਹ ਅਸਥਾਨ ਹੈ, ਜਿੱਥੇ ਮਹਾਰਾਜਾ ਦਸ਼ਰਥ ਦਾ ਅਖੀਰਲਾ ਉਹ ਟਿਕਾਣਾ ਉਹਨਾਂ ਦਾ ਬਣਿਆ, ਉਹਦੇ ਨੇੜੇ ਹੀ। ਤੀਸਰਾ ਸਥਾਨ ਕਲਗੀਧਰ ਪਾਤਸ਼ਾਹ ਜੀ ਦਾ ਹੈ। ਜਦੋਂ ਸਤਿਗੁਰੂ ਪਟਨੇ ਦੀ ਧਰਤੀ ਤੋਂ ਪੰਜਾਬ ਵੱਲ ਆਏ ਸਨ ਤੇ ਮਹਾਰਾਜ ਜੀ ਨੇ ਅਯੁੱਧਿਆ ਨਗਰੀ ਦੇ ਵਿੱਚ ਸਤਿਗੁਰੂ ਜੀ ਨੇ ਪੜਾਅ ਕੀਤਾ ਸੀ। 3 ਸਤਿਗੁਰਾਂ ਦੇ ਚਰਨ ਛੋਹ ਅਸਥਾਨ ਹਨ ਅਯੁੱਧਿਆ ਦੇ ਵਿੱਚ। ਪਖੰਡਾਂ ਨੂੰ ਨਾਸ਼ ਕਰਨ ਵਾਸਤੇ,
ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ, ਇਹਨਾਂ ਦੇ ਅੰਦਰ ਪ੍ਰੇਮਾ ਭਗਤੀ ਦੀ ਜਾਗ ਲਾਉਣ ਵਾਸਤੇ ਸਤਿਗੁਰੂ ਅਯੁੱਧਿਆ ਨਗਰੀ ਪਹੁੰਚ ਗਏ ਹਨ। ਚਾਉ ਪਈ ਸਰਤਾ ਪਰ ਬੈਠੇ ਗੁਰ ਪੂਰਨਾ। ਪੂਰਨ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ, ਜਿਹੜੀ ਸੋਹਣੀ ਨਦੀ ਇੱਥੇ ਵਗਦੀ ਸੀ, ਦੇ ਨਦੀ ਦੇ ਕੰਢੇ ਤੇ ਸਤਿਗੁਰੂ ਬਿਰਾਜਮਾਨ ਹੋਏ ਨੇ। ਜਗ ਮਹਿ ਦੰਭ ਕੀਨ ਜਿਨ ਚੂਰਨਾ। ਜਿਨ੍ਹਾਂ ਸਤਿਗੁਰਾਂ ਨੇ ਜਗਤ ਦੇ ਵਿੱਚੋਂ ਪਖੰਡ ਨਾਸ ਕੀਤੇ ਹਨ। ਸੁਨ ਸ੍ਰੀ ਨਾਨਕ ਨਾਮ ਕਿਰਪਾਲਾ। ਜਦੋਂ ਅਯੁੱਧਿਆ ਨਗਰੀ ਵਾਲਿਆਂ ਨੇ ਸਤਿਗੁਰੂ ਕਿਰਪਾਲੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਨੂੰ ਸੁਣਿਆ ਹੈ, ਪੁਰ ਤੇ ਨਰ ਆਏ ਤਤਕਾਲਾ। ਤੇ ਇਸ ਅਯੁੱਧਿਆ ਨਗਰੀ ਦੇ ਲੋਕ ਸਤਿਗੁਰਾਂ ਦੇ ਆਉਣ ਦੀ ਖਬਰ ਸੁਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਉਤੇ ਜਹਾਂ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੇ ਕੁਲ ਦੇ ਦੀਪ ਸਤਿਗੁਰੂ ਬਿਰਾਜੇ ਸਨ। ਬੈਠੇ ਪੰਡਤ ਆਣ ਸਮੀਪਾ। ਜਿਹੜੇ ਪੰਡਤ ਸਨ ਅਯੁੱਧਿਆ ਨਗਰੀ ਦੇ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਏ। ਬੰਧਨ ਕਰੇ ਭਾਉ ਉਰ ਧਰ ਕੇ। ਬਹੁਤਾ ਪ੍ਰੇਮ ਇਹਨਾਂ ਨੇ ਅੰਦਰ ਧਾਰਨ ਕੀਤਾ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਹਰਖੈ ਸੁੰਦਰ ਰੂਪ ਨਿਹਰ ਕੇ। ਸਤਿਗੁਰੂ ਜੀ ਦਾ ਸੋਹਣਾ ਰੂਪ ਦੇਖ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ ਹਨ। ਭਈ ਸਮੀਪ ਭੂਰ ਜਬ ਭੀਰਾ। ਜਦ ਸਤਿਗੁਰਾਂ ਦੇ ਨੇੜੇ ਬਹੁਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੋਲੇ ਸਭ ਸੋ ਗੁਣੀ ਗਹੀਰਾ। ਗੁਣਾਂ ਦੇ ਸਾਗਰ ਸਤਿਗੁਰੂ ਸਾਰਿਆਂ ਨੂੰ ਉਪਦੇਸ਼ ਦੇਣ ਲਈ ਬੋਲੇ ਹਨ। ਰਾਮ ਗਏ ਲੈ ਕਰ ਸੰਗ ਨਗਰੀ। ਗੁਰਦੇਵ ਇਹਨਾਂ ਪੰਡਤਾਂ ਨੂੰ ਪੁੱਛਣ ਲੱਗੇ, ਮਹਾਰਾਜ ਕਹਿੰਦੇ ਇੱਥੋਂ ਸੁਣਿਆ ਹੈ ਕਿ ਜਿਹੜੀ ਨਗਰੀ ਸਾਰੀ ਅਯੁੱਧਿਆਪੁਰੀ ਲੈ ਕੇ ਸ੍ਰੀ ਰਾਮਚੰਦਰ ਜੀ ਨੀਚ ਊਚ ਨਰ ਨਾਰੀ ਸਗਰੀ। ਜਿੰਨੇ ਵੀ ਨੀਚ ਸਨ, ਊਚ ਸਨ, ਉੱਚੀ ਜਾਤੀ ਵਾਲੇ, ਨੀਚ ਜਾਤੀ ਵਾਲੇ, ਜਿਨ੍ਹਾਂ ਨੂੰ ਸਵਰਨ ਜਾਤੀ ਵਾਲੇ ਕਹਿੰਦੇ ਸਨ, ਨੀਵੀਂ ਜਾਤੀ ਵਾਲੇ, ਸ਼ੂਦਰ ਹੈ, ਇਸ ਤਰ੍ਹਾਂ ਸੁਣਿਆ ਹੈ ਕਿ ਸਾਰੀ ਅਯੁੱਧਿਆਪੁਰੀ ਨੂੰ ਲੈ ਕੇ ਆਪ ਸੁਰਗਪੁਰੀ ਨੂੰ ਗਏ। ਬਚਨ ਵੀ ਗੁਰੂ ਕਲਗੀਧਰ ਸਾਹਿਬ ਜੀ ਦੇ ਪੜ੍ਹਦੇ ਹਾਂ, ਰਾਮ ਕਥਾ ਜੁਗ ਜੁਗ ਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ। ਸਾਰੀ ਅਯੁੱਧਿਆਪੁਰੀ ਦੇ ਸਮੇਤ ਸ੍ਰੀ ਰਾਮ ਜੀ ਜਿਨ੍ਹਾਂ ਨੇ ਸੁਰਗਪੁਰੀ ਦੇ ਵਿੱਚ ਵਾਸਾ ਕੀਤਾ ਹੈ। ਦੋਹਰਾ ਇਹ ਆਏ ਕਿਹਤੇ ਅਬੈ। ਸਤਿਗੁਰੂ ਜੀ ਪੰਡਤਾਂ ਨੂੰ ਪੁੱਛਣ ਲੱਗੇ ਕਿ ਦੱਸੋ ਕਿ ਜਿਹੜੀ ਨਗਰੀ ਫਿਰ ਕਿਸ ਤਰ੍ਹਾਂ ਇੱਥੇ ਵਸ ਗਈ ਹੈ। ਦਿਸਤ ਉੱਚੇ ਥਾਨ। ਬੜੇ ਉੱਚੇ ਉੱਚੇ ਘਰ ਬਣੇ ਇੱਥੇ ਦਿਸਦੇ ਹਨ। ਸੁਨ ਪੰਡਿਤ ਸਭ ਕਹਿਤ ਭੇ। ਸਤਿਗੁਰੂ ਜੀ ਤੋਂ ਸੁਣ ਕੇ ਸਾਰੇ ਪੰਡਤ ਕਹਿਣ ਲੱਗੇ, ਜੀ ਅਲਏ ਸੰਗ ਰਾਮ। ਕਹਿਣ ਲੱਗੇ ਮਹਾਰਾਜ ਇਹ ਗੱਲ ਸੱਚੀ ਹੈ ਕਿ ਸਾਰੇ ਜਿਹੜੇ ਇੱਥੋਂ ਦੇ ਨਿਵਾਸੀ ਸਨ ਉਹ ਸ੍ਰੀ ਰਾਮ ਜੀ ਦੇ ਜਾਣ ਸਮੇਂ ਉਹਨਾਂ ਦੇ ਨਾਲ ਹੀ ਸੁਰਗਪੁਰੀ ਨੂੰ ਗਏ, ਪਰਲੋਕ ਨੂੰ ਗਏ। ਪਰ ਇਹ ਉਹ ਲੋਕ ਗਏ ਹਨ, ਜਿਹੜੀ ਨਗਰੀ ਹੈ ਉਹ ਤਾਂ ਉਸੇ ਤਰ੍ਹਾਂ ਇੱਥੇ ਵਸ ਰਹੀ ਹੈ। ਚਾਉ ਪਏ ਮੰਦਰ ਸਭ ਧਰਨੀ ਪਰ ਰਹੇ। ਜਿੰਨੇ ਵੀ ਇਹ ਘਰ ਧਰਤੀ ਤੇ ਬਣੇ ਹਨ, ਗਏ ਬੈਕੁੰਠ ਜੀਵ ਜੇ ਆਹੇ। ਇਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸਨ ਉਹ ਬੈਕੁੰਠ ਨੂੰ ਗਏ ਹਨ। ਸ੍ਰੀ ਨਾਨਕ ਪੁਨ ਬੈਣ ਉਚਾਰੇ। ਸੁਣ ਕੇ ਸਤਿਗੁਰੂ ਜੀ ਫਿਰ ਕਹਿਣ ਲੱਗੇ, ਗਏ ਬੈਕੁੰਠ ਸੋ ਦਰਸ ਨਿਹਾਰੇ। ਗੁਰਦੇਵ ਕਹਿੰਦੇ ਉਹ ਬੈਕੁੰਠ ਨੂੰ ਗਏ ਨੇ ਜਿਨ੍ਹਾਂ ਨੇ ਮਨ ਕਰਕੇ ਉਹਨਾਂ ਦੇ ਦਰਸ਼ਨ ਕੀਤੇ ਸਨ। ਕਿਉਂਕਿ ਕੇਵਲ ਇੱਕ ਫਾਰਮੈਲਿਟੀ ਦੇ ਤੌਰ ਤੇ ਲੋਕਾਂ ਦਾ ਹਿੱਸਾ ਬਣ ਕੇ ਆ ਕੇ ਦੇਖ ਕੇ ਮੇਲਾ ਚਲੇ ਗਏ, ਇਸ ਤਰ੍ਹਾਂ ਨਹੀਂ। ਜਿਨ੍ਹਾਂ ਮਨ ਕਰਕੇ ਦਰਸ਼ਨ ਕੀਤੇ ਸਨ, ਜਿਨ੍ਹਾਂ ਨੇ ਉਹਨਾਂ ਦੇ ਦਿੱਤੇ ਉਪਦੇਸ਼ ਨੂੰ ਕਮਾਇਆ, ਸਿਮਰਨ ਭਗਤੀ ਕੀਤੀ ਹੈ, ਗੁਰਦੇਵ ਕਹਿੰਦੇ ਉਹ ਜਿਹੜੇ ਲੋਕ ਹਨ ਉਹ ਬੈਕੁੰਠ ਨੂੰ ਨਾਲ ਗਏ। ਕਿਉਂਕਿ ਜਿਹੜੇ ਉਸ ਵਕਤ ਅਯੁੱਧਿਆਪੁਰੀ ਦੇ ਲੋਕ ਸਨ, ਸਾਰਿਆਂ ਦੇ ਤਾਈਂ ਸ੍ਰੀ ਰਾਮ ਜੀ ਨੇ ਜੋ ਭਗਤੀ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਸਾਰਿਆਂ ਨੇ ਉਸ ਉਪਦੇਸ਼ ਨੂੰ ਕਮਾਇਆ। ਉਪਦੇਸ਼ ਨੂੰ ਕਮਾਉਣ ਦੇ ਨਾਲ, ਸਿਮਰਨ ਕਰਨ ਦੇ ਨਾਲ ਉਹ ਬੈਕੁੰਠ ਦੇ ਵਿੱਚ ਉਹਨਾਂ ਦੇ ਨਾਲ ਗਏ ਹਨ। ਅਬ ਤੁਮ ਤੇ ਕੋ ਸਿਮਰੋ ਨਾਮੂ। ਗੁਰਦੇਵ ਕਹਿੰਦੇ ਹੁਣ ਤੁਸੀਂ ਕਿਉਂ ਪਖੰਡ ਕਰ ਰਹੇ ਹੋ? ਪਖੰਡ ਕਰਕੇ ਆਪਣਾ ਸਮਾਂ ਖਰਾਬ ਕਰ ਰਹੇ ਹੋ। ਹੁਣ ਵੀ ਤਾਂ ਗੁਰਦੇਵ ਕਹਿੰਦੇ ਸਾਰੇ ਨਾਮ ਜਪੋ ਤੇ ਬੈਕੁੰਠ ਜਾਓਗੇ। ਹੋਏ ਤੁਮਾਰੋ ਬੈਕੁੰਠ ਧਾਮੂ। ਫਿਰ ਹੀ ਬੈਕੁੰਠ ਵਿੱਚ ਤੁਹਾਡਾ ਨਿਵਾਸ ਹੋਵੇਗਾ ਜੇ ਨਾਮ ਜਪੋਗੇ। ਗੁਰ ਸੋ ਮਿਲ ਭਗਤੀ ਉਰ ਧਾਰੋ। ਗੁਰੂ ਦੇ ਨਾਲ ਮਿਲ ਕੇ, ਪੂਰਨ ਗੁਰੂ ਨਾਲ ਮਿਲ ਕੇ ਆਪਣੇ ਹਿਰਦੇ ਵਿੱਚ ਭਗਤੀ ਧਾਰਨ ਕਰੋ। ਧਿਆਨ ਕਰੋ ਬੰਧਨ ਛੁਟਕਾਰੋ। ਜੇ ਭਗਤੀ ਕਰੋਗੇ, ਪ੍ਰਭੂ ਦੇ ਚਰਨਾਂ ਦਾ ਧਿਆਨ ਧਾਰੋਗੇ ਤੇ ਬੰਧਨ ਨਾਸ ਹੋ ਜਾਣਗੇ। ਸਤਿਗੁਰ ਦਰਸ ਸਫਲ ਸੁਖਦਾਈ। ਪੂਰਨ
ਸਤਿਗੁਰਾਂ ਦਾ ਦਰਸ਼ਨ ਸੁਖਦਾਈ ਹੈ। ਜਪੋ ਨਾਮ ਹੋਇ ਅੰਤ ਸਹਾਈ। ਨਾਮ ਜਪੋ ਜੋ ਅੰਤ ਨੂੰ ਸਹਾਇਤਾ ਕਰੇਗਾ। ਗੁਰਮੁਖ ਹੋਵੋ ਤਜੋ ਬਿਕਾਰਾ। ਨਾਮ ਜਪੋ ਗੁਰਮੁਖ ਹੋਵੋ, ਗੁਰੂ ਦੇ ਸਨਮੁਖ ਹੋਵੋ ਤੇ ਵਿਕਾਰਾਂ ਦਾ ਤਿਆਗ ਕਰੋ। ਆਪ ਕਰੋ ਪਰ ਆਪ ਤੁਰੋ ਕਰ ਪਿਤਰ ਉਧਾਰਾ। ਆਪ ਵੀ ਨਾਮ ਜਪ ਕੇ ਤਰੋ ਤੇ ਪਿਤਰਾਂ ਦਾ ਵੀ ਉਧਾਰ ਹੋਵੇਗਾ। ਕਿਸ ਤਰ੍ਹਾਂ? ਕਿਉਂਕਿ ਜਿਹੜੇ ਗੁਰਮੁਖ ਬ੍ਰਹਮ ਗਿਆਨੀ ਹਨ, ਨਾਮ ਜਪਣ ਵਾਲੇ, ਉਹਨਾਂ ਦੀਆਂ 21 ਕੁਲਾਂ ਧਰਦੀਆਂ ਹਨ, ਤੇ ਜਿਹੜੇ ਚਲੇ ਗਏ ਹਨ ਪਿੱਤਰ, ਕੀ ਉਹਨਾਂ ਦਾ ਵੀ ਉਧਾਰ ਹੁੰਦਾ ਹੈ? ਤੇ ਪੰਚਮ ਪਾਤਸ਼ਾਹ ਜੀ ਕਹਿੰਦੇ ਹੁੰਦਾ ਹੈ, ਜਿਸ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ ਹੋਏ ਉਧਾਰੂ। ਨਾਮ ਜਪਣ ਨਾਲ, ਸਿਮਰਨ ਦੇ ਨਾਲ ਪਿੱਤਰਾਂ ਦਾ ਵੀ ਉਧਾਰ ਹੁੰਦਾ ਹੈ। ਦੋਹਰਾ ਸੁਣ ਪੰਡਿਤ ਬੂਜਨ ਕੀਓ। ਸਤਿਗੁਰੂ ਜੀ ਤੋਂ ਸੁਣ ਕੇ ਪੰਡਤ ਪੁੱਛਦੇ ਹਨ, ਗੁਰੂ ਕਿਤਕ ਪ੍ਰਕਾਰ। ਮਹਾਰਾਜ ਨੇ ਕਿਹਾ ਨਾ ਕਿ ਪੂਰਾ ਗੁਰੂ ਧਾਰਨ ਕਰੋ, ਪ੍ਰੇਮਾ ਭਗਤੀ ਕਰੋ ਤੇ ਬੰਧਨ ਨਾਸ਼ ਹੋਣਗੇ। ਸੁਣ ਕੇ ਪੰਡਤਾਂ ਨੇ ਸਵਾਲ ਕੀਤਾ, ਕਹਿੰਦੇ ਸਾਨੂੰ ਇਹ ਦੱਸੋ, ਤੁਸੀਂ ਗੁਰੂ ਦੀ ਗੱਲ ਕੀਤੀ ਹੈ, ਗੁਰੂ ਕਿੰਨੇ ਪ੍ਰਕਾਰ ਦੇ ਹਨ? ਉੱਤਰ ਦੇਨੇ ਹੇਤ ਤਬ। ਇਹਨਾਂ ਦੇ ਤਾਈਂ ਉੱਤਰ ਦੇਣ ਵਾਸਤੇ ਬੋਲੇ ਗੁਰੂ ਉਦਾਰ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਚਾਉ ਪਈ ਇੱਕ ਪੰਡਿਤ ਗੁਰ ਇੱਕ ਅਵਧੂਤਾ। ਹੁਣ ਇੱਕ ਜਿਹੜਾ ਬਹੁਤ ਵਿਦਿਆ ਪੜ੍ਹ ਜਾਂਦਾ ਹੈ ਨਾ, ਤੇ ਵਿਦਿਆ ਪੜ੍ਹ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, ਉਹਨੂੰ ਵੀ ਲੋਕ ਕਹਿੰਦੇ ਸਨ ਕਿ ਇਹ ਗੁਰੂ ਹੈ। ਤੇ ਗੁਰੂ ਜੀ ਨੇ ਬਾਣੀ ਅੰਦਰ ਵੀ ਆਪਾਂ ਜ਼ਿਕਰ ਕੀਤਾ, ਪੜ੍ਹਦੇ ਹਾਂ ਕਿ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾਹੀ। ਕੇਵਲ ਇਹਦੇ ਕੋਲ ਵਿਦਿਆ ਹੈ, ਕੇਵਲ ਲੋਕਾਂ ਨੂੰ ਉਪਦੇਸ਼ ਇਹ ਸੁਣਾਉਂਦਾ ਹੈ, ਪਰ ਆਪ ਕਮਾਈ ਤੋਂ ਸਖਣਾ ਹੋਣ ਕਰਕੇ ਆਪ ਨਹੀਂ ਧਰਦਾ। ਗੁਰਦੇਵ ਕਹਿਣ ਲੱਗੇ, ਸਭ ਤੋਂ ਪਹਿਲਾਂ ਲੋਕ ਜਿਹੜੇ ਮੰਨਦੇ ਹਨ ਉਹ ਗੁਰੂ ਇੱਕ ਪੰਡਤ ਗੁਰ ਇੱਕ ਅਵਧੂਤਾ। ਇੱਕ ਪੰਡਤ ਨੂੰ ਮੰਨਿਆ ਜਾਂਦਾ ਜਿਹੜਾ ਵਿਦਵਾਨ ਹੈ, ਤੇ ਦੂਜਾ ਅਵਧੂਤਾ ਜਿਹੜਾ ਤਿਆਗੀ ਪੁਰਸ਼ ਹੈ, ਜਾਂ ਜਿਨੇ ਇੰਦਰੀਆਂ ਨੂੰ ਜਿੱਤਿਆ ਹੈ, ਜਾਂ ਜਿਹਦੇ ਕੋਲ ਵਿਦਵਤਾ ਨਹੀਂ ਪਰ ਉਹ ਇੰਦਰੀਆਂ ਨੂੰ ਜਿੱਤ ਕਰਕੇ, ਆਪਣੇ ਮਨ ਨੂੰ ਜਿੱਤ ਕਰਕੇ, ਆਪਣੀਆਂ ਇੰਦਰੀਆਂ ਨੂੰ ਜਿਸ ਨੇ ਜਿੱਤਿਆ ਹੈ। ਮਹਾਪੁਰਖ ਇੱਕ ਜੇ ਮਤ ਪੂਤਾ। ਹੁਣ ਗੁਰਦੇਵ ਕਹਿੰਦੇ ਹਨ, ਜਿਨ੍ਹਾਂ ਦੀ ਮਤ ਸਿਮਰਨ ਦੇ ਨਾਲ, ਨਾਮ ਦੇ ਨਾਲ ਭਿੱਜੀ ਹੈ, ਜਿਹੜੇ ਪੂਰਨ ਮਹਾਪੁਰਖ ਹਨ, ਉਹ ਵੀ ਸਤਿਕਾਰਯੋਗ ਨੇ। ਲਖਣ ਸੁਨੋ ਭਿੰਨ ਮਨ ਮਾਨੋ। ਹੁਣ ਤਿੰਨਾਂ ਦੇ ਲੱਛਣ ਜਿਹੜੇ ਸੁਣ ਕੇ ਤੇ ਆਪਣੇ ਮਨ ਵਿੱਚ ਵੱਖਰੇ ਵੱਖਰੇ ਜਾਣੋ। ਇੱਕ ਵਿਦਵਾਨ ਹੈ, ਇੱਕ ਇੰਦਰੀ ਜਿੱਤ ਹੈ, ਇੰਦਰੀਆਂ ਨੂੰ ਜਿੱਤਣ ਵਾਲਾ ਤਪਸਵੀ ਹੈ, ਤੇ ਤੀਸਰਾ ਹੈ ਮਹਾਪੁਰਖ, ਜਿਨੇ ਨਾਮ ਜਪ ਕੇ ਸਿਮਰਨ ਕਰਕੇ ਮਨ ਨੂੰ ਪਵਿੱਤਰ ਕੀਤਾ ਹੈ। ਇਹ ਤਿੰਨਾਂ ਦੇ ਲੱਛਣ ਵੱਖਰੇ ਵੱਖਰੇ ਹਨ। ਸੁਣੋ, ਜੇ ਪੰਡਿਤ ਤਿਨ ਕੋ ਇਹੋ ਜਾਣੋ। ਜਿਹੜਾ ਪੰਡਿਤ ਹੈ, ਵਿਦਵਾਨ ਹੈ, ਉਹਨੂੰ ਇਸ ਤਰ੍ਹਾਂ ਦਾ ਗੁਰੂ ਜਾਣੋ। ਅਨਤਾਰੂ ਜਿਉ ਬਚਨ ਅਲਾਏ। ਅਨਤਾਰੂ ਆਪ ਤਾਂ ਤਰਨਾ ਨਹੀਂ ਜਾਣਦਾ, ਪਰ ਦੂਜੇ ਨੂੰ ਪਾਰਲੇ ਕਿਨਾਰੇ ਦੀ ਗੱਲ ਕਰਦਾ ਪਿਆ ਹੈ ਕਿ ਫਲਾਣੇ ਫਲਾਣੇ ਯਤਨ ਦੇ ਨਾਲ ਤਰ ਕੇ ਤੁਸੀਂ ਪਾਰਲੇ ਕਿਨਾਰੇ ਤੇ ਪਹੁੰਚ ਜਾਓਗੇ, ਪਰ ਆਪ ਉਹ ਤਰਨਾ ਨਹੀਂ ਜਾਣਦਾ। ਨਦੀ ਪਾਰ ਤਟ ਹੋਤ ਲਖਾਏ। ਤੇ ਨਦੀ ਪਾਰ ਕਰਨ ਦਾ ਜਿਹੜਾ ਤਰੀਕਾ ਉਹ ਦੂਜਿਆਂ ਨੂੰ ਸੁਣਾਉਂਦਾ ਹੈ। ਮਹਾਰਾਜ ਕਹਿੰਦੇ ਇਹ ਵਿਦਵਾਨ ਗੁਰੂ ਦੀ ਗੱਲ ਹੈ, ਪੰਡਤ ਗੁਰੂ ਦੀ ਗੱਲ ਹੈ ਕਿ ਉਹ ਆਪ ਤਾਂ ਤਰਨਾ ਜਾਣਦਾ ਨਹੀਂ, ਪਰ ਦੂਜਿਆਂ ਨੂੰ ਪਾਰਲੇ ਕਿਨਾਰੇ ਦੀਆਂ ਗੱਲਾਂ ਸੁਣਾਉਂਦਾ ਹੈ। ਤਰਹੁ ਤਾਹੇ ਹੋਵੋਗੇ ਪਾਰੂ। ਪਰ ਪਾਰ ਤਾਂ ਹੋਵੋਗੇ ਨਾ ਜੇ ਉਹ ਆਪ ਤਰੇਗਾ, ਤੇ ਆਪ ਤਰ ਕੇ ਗਿਆ ਹੋਵੇ ਤੇ ਦੂਜੇ ਨੂੰ ਪਾਰ ਲੰਘਾ ਸਕਦਾ ਹੈ। ਕੇਵਲ ਗੱਲਾਂ ਕਰਨ ਦੇ ਨਾਲ ਉਹ ਆਪ ਪਾਰ ਨਹੀਂ ਜਾ ਸਕਦਾ। ਜਿਸ ਤਰ੍ਹਾਂ ਇੱਕ ਸਾਖੀ ਆਉਂਦੀ ਹੈ, ਕਹਿੰਦੇ ਇੱਕ ਬਹੁਤ ਵਿਦਵਾਨ ਪੰਡਤ ਸੀ, ਸਾਰਿਆਂ ਨੂੰ ਇਹ ਸਿੱਖਿਆ ਦਿੰਦਾ ਸੀ ਕਿ ਭਾਈ ਰਾਮ ਰਾਮ ਜਪੋ ਤੇ ਭਵ ਸਾਗਰ ਨੂੰ ਤਰ ਜਾਈਦਾ ਹੈ। ਤੇ ਇੱਕ ਗੁਜਰੀ ਦੁੱਧ ਦੇਣ ਵਾਸਤੇ, ਦੁੱਧ ਪਾਉਣ ਵਾਸਤੇ ਉਹ ਇੱਕ ਨਦੀ ਨੂੰ ਪਾਰ ਕਰਕੇ ਆਉਂਦੀ ਸੀ। ਤੇ ਇੱਕ ਦਿਨ ਬਹੁਤਾ ਮੀਂਹ ਪਿਆ, ਤੇ ਜਿੱਥੇ ਪੰਡਤ ਦੀ ਕੁੱਲੀ ਸੀ ਉਥੇ ਉਹ ਖਲੋ ਗਈ, ਤੇ ਉਹਦੇ ਵੀ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਰਾਮ ਰਾਮ ਜਪਣ ਦੇ ਨਾਲ ਭਵ ਸਾਗਰ ਤਰ ਜਾਈਦਾ ਹੈ। ਸੁਣ ਕੇ ਮਨ ਵਿੱਚ ਪੂਰਨ ਸ਼ਰਧਾ ਵਿਸ਼ਵਾਸ ਵੱਜ ਗਿਆ। ਕਹਿਣ ਲੱਗੀ, ਜੇ ਇਹ ਨਾਮ ਦੇ ਨਾਲ ਸੰਸਾਰ ਸਾਗਰ ਨੂੰ ਤਰ ਜਾਈਦਾ, ਜਿਹੜੀ ਮੈਂ ਨਦੀ ਬੇੜੀ ਤੇ ਬਹਿ ਕੇ ਪਾਰ ਕਰਦੀ ਹਾਂ ਉਹ ਤੇ ਬਹੁਤ ਛੋਟੀ ਹੈ। ਪੂਰਨ ਸ਼ਰਧਾ ਦੇ ਨਾਲ, ਵਿਸ਼ਵਾਸ ਦੇ ਨਾਲ ਜਦੋਂ ਇਹ ਤੁਰ ਕੇ ਨਦੀ ਪਾਰ ਕਰਨ ਲੱਗੀ ਤੇ ਉਹ ਨਦੀ ਪਾਰ ਕਰ ਗਈ। ਫਿਰ ਰੋਜ਼ ਇਸੇ ਤਰ੍ਹਾਂ ਹੀ ਆਇਆ ਕਰੇ, ਆਰਾਮ ਆਰਾਮ ਕਰਦੀ ਨਦੀ ਪਾਰ ਕਰ ਜਾਇਆ ਕਰੇ। ਇੱਕ ਦਿਨ ਮਨ ਵਿੱਚ ਵਿਚਾਰ ਆਈ ਕਿ ਜੇ ਇਸ ਪੰਡਤ ਤੋਂ ਮੈਂ ਉਪਦੇਸ਼ ਲਿਆ ਹੈ,
ਨਦੀ ਪਾਰ ਕਰਨ ਦਾ, ਕਿਉਂ ਨਾ ਉਹਨੂੰ ਘਰੇ ਲਿਆ ਕੇ ਭੋਜਨ ਛਕਾਵਾਂ। ਆ ਗਈ, ਬੇਨਤੀ ਕੀਤੀ ਕਿ ਪੰਡਤ ਜੀ ਘਰੇ ਚੱਲੋ ਤੇ ਚੱਲ ਕੇ ਭੋਜਨ ਛਕੋ। ਇਹਨਾਂ ਨੇ ਛਕਣ ਦੀ ਤਿਆਰੀ ਕਰ ਲਈ। ਜਦੋਂ ਨਦੀ ਦੇ ਕੰਢੇ ਤੇ ਆਏ ਤੇ ਕਹਿਣ ਲੱਗੇ ਕਿ ਨਦੀ ਪਾਰ ਕਰਨ ਵਾਸਤੇ ਬੇੜੀ, ਤੇ ਕਹਿਣ ਲੱਗੀ ਪੰਡਤ ਜੀ ਬੇੜੀ ਦੀ ਕੀ ਲੋੜ ਹੈ, ਤੁਸੀਂ ਮੇਰੇ ਪਿੱਛੇ ਚੱਲਦੇ ਆਓ, ਆਪਾਂ ਤਾਂ ਨਦੀ ਤੁਰ ਕੇ ਪਾਰ ਕਰ ਜਾਣੀ। ਉਹ ਤਾਂ ਅੱਗੇ ਲਾ ਕੇ ਰਾਮ ਰਾਮ ਕਰਦੀ ਨਦੀ ਪਾਰ ਕਰ ਗਈ। ਜਿਹੜਾ ਪੰਡਤ ਸੀ ਉਹਨੇ ਸੋਚਿਆ ਪਾਣੀ ਥੋੜਾ ਹੋਵੇਗਾ। ਜਦੋਂ 2 ਕਦਮ ਤੁਰਿਆ ਤੇ ਗੋਤੇ ਖਾਣ ਲੱਗਾ ਤੇ ਫਿਰ ਪਿਛਾਂ ਆ ਗਿਆ। ਕਹਿਣ ਲੱਗਾ ਚੰਗਾ ਭੋਜਨ ਛਕਾਉਣਾ ਹੈ ਕਿ ਮੈਨੂੰ ਡੋਬ ਕੇ ਮਾਰਨਾ ਹੈ, ਕਿਉਂਕਿ ਮਨ ਵਿੱਚ ਪੂਰਨ ਵਿਸ਼ਵਾਸ ਨਹੀਂ, ਸ਼ਰਧਾ ਨਹੀਂ। ਪਿਛਾਂ ਮੁੜਿਆ ਤੇ ਉਹ ਵਿਦਵਾਨ ਬੜਾ ਸੁੰਦਰ ਲਿਖਦਾ ਹੈ ਕਿ ਰਾਮ ਨਾਮ ਕੇ ਲੇਤ ਹੀ ਭਈ ਗੁਜਰੀ ਪਾਰ, ਅਨਕ ਕਥਾ ਪੰਡਤ ਕਥੀ ਪਰ ਰਹਿਓ ਪਰ ਉਰਾਰ। ਜਿਹਨੂੰ ਪੂਰਨ ਵਿਸ਼ਵਾਸ ਸੀ ਉਹ ਤਾਂ ਨਦੀ ਤੁਰ ਕੇ ਪਾਰ ਕਰ ਗਈ, ਪਰ ਲੋਕਾਂ ਨੂੰ ਸੁਣਾਉਣ ਵਾਲਾ, ਉਪਦੇਸ਼ ਦੇਣ ਵਾਲਾ ਆਪ ਉਰਾਂ ਹੀ ਰਹਿ ਗਿਆ। ਇਹ ਹਾਲਤ ਤਾਂ ਸਾਡੀ ਹੈ ਕਿ ਆਪ ਕਮਾਈ ਤੋਂ ਸਖਣੇ ਹੋਣ ਕਰਕੇ ਦੂਜਿਆਂ ਨੂੰ ਕਹਿਣਾ ਕਿ ਤੂੰ ਕਮਾ, ਤੇ ਆਪ ਤਾਂ ਕਦੇ ਪਾਰਲਾ ਕੰਢਾ ਦੇਖਿਆ ਨਹੀਂ। ਮਹਾਰਾਜ ਕਹਿਣ ਲੱਗੇ ਜਿਹੜਾ ਵਿਦਵਾਨ ਗੁਰੂ ਹੈ ਨਾ, ਜਿਹਨੂੰ ਪੰਡਤ ਨੂੰ ਗੁਰੂ ਕਹਿੰਦੇ ਹੋ, ਉਹ ਇਸ ਤਰ੍ਹਾਂ ਹੈ ਕਿ ਆਪ ਤਾਂ ਪਾਰਲਾ ਕਿਨਾਰਾ ਦੇਖਿਆ ਨਹੀਂ, ਆਪ ਅਣ ਤਾਰੂ ਤਰਨਾ ਜਾਣਦਾ ਨਹੀਂ, ਕਮਾਈ ਜਾਣਦਾ ਨਹੀਂ ਕਰਨੀ, ਤੇ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ। ਤਰਹੁ ਤਾਹੇ ਹੋਵੋਗੇ ਪਾਰੂ, ਤਰੋਗੇ ਤਾਂ ਹੀ ਪਾਰ ਤਾਂ ਹੋਵੋਗੇ ਜੇ ਇਸ ਨਦੀ ਨੂੰ ਤਰ ਕੇ ਜਾਵੋਗੇ। ਤਰਨਹਿ ਜਾਣਹਿ ਕਰਹਿ ਉਚਾਰੂ, ਆਪ ਤਰਨਾ ਜਾਣਦਾ ਨਹੀਂ ਤੇ ਦੂਜਿਆਂ ਨੂੰ ਸਿੱਖਿਆ ਦਿੰਦਾ ਹੈ। ਆਪ ਨ ਕਰਹਿ ਦੇਤ ਉਪਦੇਸ਼ਾ, ਆਪ ਕਮਾਈ ਕਰਦਾ ਨਹੀਂ, ਦੂਜੇ ਨੂੰ ਉਪਦੇਸ਼ ਦਿੰਦਾ ਹੈ। ਪੰਡਿਤ ਗੁਰ ਜਾਨੋ ਤੁਮੇ ਆਸਾ, ਗੁਰਦੇਵ ਕਹਿੰਦੇ ਜਿਹੜਾ ਪੰਡਤ ਗੁਰੂ ਉਹਨੂੰ ਇਸ ਤਰ੍ਹਾਂ ਜਾਣੋ। ਵੇਦ ਪੁਰਾਨਨ ਕਰਹਿ ਬਖਿਆਨਾ, ਵੇਦਾਂ ਤੇ ਪੁਰਾਣਾਂ ਦਾ ਵਖਿਆਨ ਕਰਦਾ ਹੈ। ਲੋਭ ਮੋਹ ਮੈਂ ਬੈਸ ਬਿਹਾਨਾ, ਪਰ ਆਪ ਲੋਭ ਅਤੇ ਮੋਹ ਦੇ ਵਿੱਚ ਫਸਿਆ ਸਾਰੀ ਉਮਰ ਬਤੀਤ ਕਰ ਦਿੰਦਾ ਹੈ। ਦੋਹਰਾ ਪੁੰਨ ਮਿਲਨ ਕੋ ਜਾਨੀਏ, ਮਹਾਰਾਜ ਕਹਿੰਦੇ ਹਨ ਕਿ ਅੱਗੇ ਸੁਣੋ, ਪੁੰਨ ਮਿਲਨ ਕੋ ਜਾਨੀਏ। ਜੇ ਇਹਨਾਂ ਨੂੰ ਮਿਲਦੇ ਆ ਤੇ ਥੋੜਾ ਬਹੁਤਾ ਪੁੰਨ ਮਿਲ ਜਾਂਦਾ ਹੈ, ਹੋਤ ਨਰ ਦਾ ਗਿਆਨ, ਪਰ ਇਹਨਾਂ ਕਮਾਈ ਤੋਂ ਸਖਣੇ ਕੋਲ ਬਹਿਣ ਦੇ ਨਾਲ ਹਿਰਦੇ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਪੁੰਨ ਜੋ ਹੈ ਵਧੂਤ ਗੁਰ, ਜਿਹੜਾ ਇੰਦਰੀਆਂ ਨੂੰ ਜਿੱਤਣ ਵਾਲਾ ਤਪਸਵੀ ਹੈ, ਵਿਦਿਆਤੀ ਅਨਜਾਨ, ਜਿਹੜਾ ਬ੍ਰਹਮ ਵਿਦਿਆ ਤੋਂ ਅਣਜਾਣ ਹੈ, ਤੇ ਸੰਨਿਆਸੀ ਯਤਨ ਕਰਦਾ ਹੈ ਕਿ ਮੈਂ ਇੰਦਰੀਆਂ ਨੂੰ ਜਿੱਤ ਜਾਵਾਂ। ਚਾਉ ਪਈ ਮਿਲਾ ਸੰਤ ਕੋ ਜੋਗਿਆ ਪਾਇਓ, ਜੇ ਇਹਨੂੰ ਪੂਰਨ ਸੰਤ ਮਿਲ ਜਾਣ, ਭਇਓ ਗਿਆਨ ਉਰ ਮੋਹਿ ਮਿਟਾਇਓ, ਤੇ ਸੰਤਾਂ ਕੋਲੋਂ ਉਪਦੇਸ਼ ਲੈ ਕੇ ਤੇ ਹਿਰਦੇ ਦਾ ਜਿਹੜਾ ਅਗਿਆਨ ਨਾਸ਼ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਵੇ। ਆਪ ਤਰੈ ਪਵ ਸਾਗਰ ਸੋਏ, ਆਪ ਤਾਂ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ, ਔਰ ਉਧਾਰ ਨ ਤਿਹ ਤੇ ਹੋਏ, ਪਰ ਦੂਜੇ ਦਾ ਉਧਾਰ ਨਹੀਂ ਕਰ ਸਕਦਾ। ਜਿਉ ਜਲ ਵਿਖਿਆ ਲਸ਼ਟਕਾ ਜਾਈ, ਜਿਸ ਤਰ੍ਹਾਂ ਪਾਣੀ ਦੇ ਵਿੱਚ ਕੋਈ ਸੋਟੀ ਤਰਦੀ ਜਾਵੇ, ਆਪ ਤਰੈ ਨਹਿ ਔਰ ਤਰਾਈ, ਕੇਵਲ ਆਪ ਹੀ ਤਰ ਸਕਦੀ ਹੈ ਨਦੀ ਵਿੱਚ, ਦੂਜੇ ਨੂੰ ਪਾਰ ਨਹੀਂ ਲੰਘਾ ਸਕਦੀ। ਹੁਣ ਜੇ ਮਹਾਪੁਰਖ ਗੁਰ ਜਾਨੋ, ਸਤਿਗੁਰੂ ਕਹਿੰਦੇ ਹੁਣ ਸੁਣੋ, ਜੋ ਪੂਰਨ ਮਹਾਪੁਰਖ ਹਨ, ਜਿਹੜੇ ਕਮਾਈ ਵਾਲੇ ਸੰਤ ਜਨ ਹਨ, ਉਹਨਾਂ ਬਾਰੇ ਸੁਣੋ ਕਿ ਉਹ ਪੂਰਨ ਹਨ। ਸਭ ਵਿਦਿਆ ਮੈਨੇ ਪੁੰਨ ਪਛਾਨੋ, ਪੂਰਨ ਮਹਾਪੁਰਖ ਕਮਾਈ ਵਾਲੇ, ਪੂਰਾ ਗੁਰੂ ਹਰ ਤਰ੍ਹਾਂ ਕਰਕੇ ਪੂਰਨ ਹੈ। ਤਿਨ ਕੋ ਮਿਲੈ ਮਨ ਜੁਜੇ ਜਾਈ, ਗੁਰਦੇਵ ਕਹਿੰਦੇ ਇਹਨਾਂ ਨੂੰ ਜਦੋਂ ਜਾ ਕੇ ਕੋਈ ਮਨੁੱਖ ਮਿਲਦਾ ਹੈ, ਹੋਇ ਉਦਾਰ ਸਹਜੇ ਗਤ ਪਾਈ, ਫਿਰ ਉਹਦਾ ਉਧਾਰ ਕਰ ਦਿੰਦੇ ਨੇ, ਸਹਿਜ ਹੀ ਉਹਦੀ ਕਲਿਆਣ ਹੋ ਜਾਂਦੀ ਹੈ। ਜਿਹ ਉਪਦੇਸ਼ੇ ਦੇਹ ਗਿਆਨਾ, ਉਪਦੇਸ਼ ਦੇ ਕੇ ਉਹਦੇ ਹਿਰਦੇ ਵਿੱਚ ਬ੍ਰਹਮ ਗਿਆਨ ਨੂੰ ਪੈਦਾ ਕਰਦੇ ਹਨ। ਐਸੇ ਮਹਾਪੁਰਖ ਸੁਖਦਾਨਾ, ਗੁਰਦੇਵ ਕਹਿੰਦੇ ਐਸੇ ਪੂਰਨ ਮਹਾਪੁਰਖ ਸੁਖਦਾਈ ਹੁੰਦੇ ਨੇ। ਦੋਹਰਾ ਤਿਨ ਕੇ ਦੇਖ ਅਚਾਰ ਨਾਰ, ਤੇ ਇਹਨਾਂ ਨੂੰ ਦੇਖ ਕਰਕੇ, ਇਹਨਾਂ ਦੇ ਦਰਸ਼ਨ ਕਰਕੇ, ਜੇ ਕੋ ਆਪ ਕਮਾਈ, ਜੇ ਕੋਈ ਇਹਨਾਂ ਦੇ ਜੀਵਨ ਨੂੰ ਦੇਖ ਕੇ ਆਪ ਕਮਾਈ ਕਰੇ, ਸਵਸਤ ਹੋਤ ਤਿਨ ਕੋ ਸਦਾ, ਤੇ ਉਹਦੀ ਕਲਿਆਣ ਹੁੰਦੀ ਹੈ ਸਦਾ ਹੀ। ਜੰਪੁਰ ਸੋ ਨਹਿ ਜਾਏ, ਉਹ ਜੀਵ ਕਦੇ ਵਾਸਤੇ ਜਮਾਂ ਦੀ ਪੁਰੀ ਨੂੰ ਨਹੀਂ ਜਾਂਦੇ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ, ਭਗਤ ਕਬੀਰ ਸਾਹਿਬ ਜੀ ਨੂੰ, ਭਗਤ ਸੈਣ ਜੀ ਦੇ ਜੀਵਨ ਨੂੰ ਦੇਖ ਕੇ ਭਗਤ ਧੰਨਾ ਜੀ ਨੇ ਕਮਾਈ ਕੀਤੀ ਹੈ ਨਾ, ਸਤਿਗੁਰੂ ਕਹਿਣ ਲੱਗੇ ਕਿ ਇਹ ਪੂਰਨ ਗੁਰੂ ਹਨ, ਜਿਹੜੇ ਪੂਰਨ ਮਹਾਪੁਰਖ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਂਦੀ ਹੈ। ਉਹ ਆਪ ਕਮਾਈ ਵਾਲੇ ਹਨ, ਉਹਨਾਂ ਦਾ ਹਿਰਦਾ ਪਵਿੱਤਰ ਹੈ, ਉਹ ਦੂਜੇ ਨੂੰ ਵੀ ਸੰਸਾਰ ਸਾਗਰ ਤੋਂ ਤਾਰ ਦਿੰਦੇ ਹਨ। ਚਾਉ ਪਈ
ਨਰ ਜਿਹ ਪਾਰ ਲੰਘਾਵਨ ਹੋਏ ਜਿਸ ਤਰ੍ਹਾਂ ਦੂਜੇ ਨੂੰ ਪਾਰ ਲੰਘਾਉਣਾ ਹੋਵੇ, ਪਾਰ ਕਰੈ ਕੇਵਟ ਸਮਸੂਏ ਜਿਹੜਾ ਮਲਾਹ ਹੈ ਉਹ ਦੂਜਿਆਂ ਨੂੰ ਵੀ ਨਦੀ ਪਾਰ ਕਰ ਦਿੰਦਾ ਹੈ। ਕਿਸੇ ਤੁਲਾ ਦੇ ਕੇ ਸਰਨਾਈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਸ਼ਰਨ ਵਿੱਚ ਜਾਣ ਦੇ ਨਾਲ ਕਿਸਹੂ ਨੌਕਾ ਦੇਤ ਚੜਾਈ ਤੇ ਇਸ ਨਾਮ ਰੂਪੀ ਬੇੜੀ ਦੇ ਉੱਤੇ ਚੜਾ ਕਰਕੇ ਦੂਜਿਆਂ ਨੂੰ ਵੀ ਪਾਰ ਲੰਘਾ ਦਿੰਦੇ ਨੇ। ਜਿਸ ਤਰ੍ਹਾਂ ਸਤਿਗੁਰਾਂ ਨੇ ਭਾਈ ਮੰਝ ਜੀ ਨੂੰ ਇਹ ਬਚਨ ਕਹੇ ਸਨ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣਹਾਰ। ਸਤਿਗੁਰੂ ਕਹਿੰਦੇ ਜਿਹੜੇ ਪੂਰਨ ਮਹਾਪੁਰਖ ਹਨ ਉਹ ਨੌਕਾ ਦੀ ਤਰ੍ਹਾਂ ਨੇ, ਬੇੜੀ ਦੀ ਤਰ੍ਹਾਂ ਹਨ, ਤੇ ਜਿਹੜਾ ਮਲਾਹ ਹੁੰਦਾ ਹੈ ਉਹ ਕਿੰਨੇ ਯਾਤਰੂਆਂ ਨੂੰ ਬੇੜੀ ਵਿੱਚ ਬਿਠਾ ਕੇ ਨਦੀ ਪਾਰ ਕਰਾ ਦਿੰਦਾ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਪੂਰਨ ਗੁਰੂ ਜੋ ਹੈ ਉਹ ਮਲਾਹ ਦੀ ਤਰ੍ਹਾਂ ਹੈ ਤੇ ਨਾਮ ਰੂਪੀ ਬੇੜੇ ਤੇ ਚਾੜ ਕੇ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਾ ਦਿੰਦੇ ਹਨ। ਤੇ ਕੇ ਦਰਸ਼ਨ ਕਲ ਮਲ ਜਾਏ ਪੂਰਨ ਗੁਰਾਂ ਦੇ ਦਰਸ਼ਨ ਕਰਨ ਨਾਲ ਪਾਪ ਨਾਸ਼ ਹੁੰਦੇ ਹਨ। ਮਹਾਪੁਰਖ ਗੁਰ ਸਭ ਸੁਖਦਾਏ ਜਿਹੜਾ ਪੂਰਨ ਗੁਰੂ ਮਹਾਪੁਰਖ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ। ਗੁਣ ਖਾਨੀ ਤੇ ਸੁਨਿਆ ਸਬਾਨੀ ਗੁਣਾਂ ਦੀ ਖਾਨ ਸਤਿਗੁਰਾਂ ਤੋਂ ਐਸੇ ਬਚਨ ਅਯੁੱਧਿਆ ਨਿਵਾਸੀਆਂ ਨੇ ਸੁਣੇ ਹਨ। ਪਰਮ ਪ੍ਰੇਮ ਮੈਂ ਮਤ ਲਪਟਾਨੀ ਇਹ ਉਪਦੇਸ਼ ਸੁਣ ਕੇ ਤੇ ਪਰਮ ਪ੍ਰੇਮ ਬਹੁਤੇ ਪ੍ਰੇਮ ਵਿੱਚ ਮਤ ਭਿੱਜ ਗਈ ਹੈ। ਗਹਿ ਪਦ ਪੰਕਜ ਬਿਨੈ ਬਖਾਨੈ ਸਤਿਗੁਰਾਂ ਦੇ ਚਰਨਾਂ ਨੂੰ ਫੜ ਕੇ ਬੇਨਤੀ ਕਰਨ ਲੱਗੇ। ਮੁਕਤ ਦਾਨ ਦਾ ਰੂਪ ਪਛਾਨੈ ਮੁਕਤੀ ਦੇ ਦਾਤੇ ਨੂੰ ਜਾਣ ਗਏ ਕਿ ਆਪ ਜੀ ਮੁਕਤੀ ਦੇ ਦਾਤੇ ਪ੍ਰਭੂ ਹੋ। ਭਵ ਸਾਗਰ ਮੈਂ ਹੈ ਦੁਖ ਭਾਰਾ ਬੇਨਤੀ ਕਰਨ ਲੱਗੇ ਕਿ ਸੰਸਾਰ ਸਾਗਰ ਵਿੱਚ ਭਾਰੀ ਦੁੱਖ ਹਨ। ਨਿਜ ਕਰਨਾ ਕਰ ਕਰਹੁ ਉਦਾਰਾ ਆਪ ਜੀ ਕਿਰਪਾ ਕਰਕੇ ਸਾਡਾ ਉਧਾਰ ਕਰੋ। ਦੋਹਰਾ ਸਿੱਖ ਆਪਣੇ ਕੀਜੀਏ ਇਹਨਾਂ ਨੇ ਵੀ ਬੇਨਤੀ ਕੀਤੀ ਸਤਿਗੁਰੂ ਸਾਨੂੰ ਆਪਣੇ ਸਿੱਖ ਕਰ ਲਓ ਸੁਭ ਉਪਦੇਸ਼ ਦ੍ਰਿੜਾਏ ਤੇ ਆਪਣਾ ਸੋਹਣਾ ਉਪਦੇਸ਼ ਸਾਨੂੰ ਦ੍ਰਿੜ ਕਰਵਾਓ। ਜਸ ਤੁਮਰਾ ਸ਼ਰਵਣਨ ਸੁਣਿਓ ਸਤਿਗੁਰੂ ਜੀ ਤੁਹਾਡਾ ਜਸ ਅਸੀਂ ਕੰਨਾਂ ਦੇ ਨਾਲ ਸੁਣਿਆ ਹੈ। ਦਰਸ ਦਿਓ ਅਬਿਆਏ ਆਪ ਨੇ ਬੜੀ ਕਿਰਪਾ ਕੀਤੀ ਹੈ, ਹੁਣ ਸਾਨੂੰ ਆ ਕੇ ਦਰਸ਼ਨ ਦਿੱਤੇ ਨੇ। ਕਿਉਂਕਿ ਨਵਾਂ ਖੰਡਾਂ ਦੇ ਵਿੱਚ ਸਤਿਗੁਰੂ ਜੀ ਨੇ ਸੈਰ ਕੀਤੀ ਹੈ, ਸਾਰਿਆਂ ਨੂੰ ਪ੍ਰੇਮਾ ਭਗਤੀ ਕਰਨ ਦਾ ਉਪਦੇਸ਼ ਦਿੱਤਾ ਹੈ। ਇਹ ਮਹਾਰਾਜ ਜੀ ਦਾ ਜਸ ਅਯੁੱਧਿਆ ਨਿਵਾਸੀ ਕਹਿੰਦੇ ਨੇ, ਇੱਥੋਂ ਦੇ ਪੰਡਤ ਵੀ ਕਹਿੰਦੇ ਨੇ ਸਤਿਗੁਰੂ ਜੀ ਤੁਹਾਡਾ ਜਸ ਅਸੀਂ ਕੰਨਾਂ ਨਾਲ ਸੁਣਿਆ ਹੈ। ਉਡੀਕਦੇ ਸੀ ਕਿਤੇ ਸਾਨੂੰ ਵੀ ਆ ਕੇ ਆਪਣੇ ਦਰਸ਼ਨ ਦਿਓ। ਅੱਜ ਆਪ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਆਪ ਰਹਿਮਤ ਕਰੋ, ਆਪਣਾ ਉਪਦੇਸ਼ ਦ੍ਰਿੜ ਕਰਵਾਓ, ਆਪਣੇ ਸਿੱਖ ਕਰ ਲਓ ਜਿਹਦੇ ਨਾਲ ਸਾਡੀ ਵੀ ਕਲਿਆਣ ਹੋ ਜਾਵੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਜਿਸ ਤਰ੍ਹਾਂ ਸਤਿਗੁਰੂ ਉਪਦੇਸ਼ ਦ੍ਰਿੜ ਕਰਵਾਉਣਗੇ, ਫਿਰ ਸਤਿਗੁਰੂ ਅਯੁੱਧਿਆ ਤੋਂ ਕਾਸ਼ੀ, ਫਿਰ ਜਗਨਨਾਥਪੁਰੀ ਜਾਣਗੇ। ਇਹ ਪ੍ਰਸੰਗ ਆਪਾਂ ਰਹਿੰਦਾ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਜੋ ਸਤਿਗੁਰੂ ਉਪਦੇਸ਼ ਸਾਡੀ ਝੋਲੀ ਪਾਉਂਦੇ ਹਨ। ਦਿੱਤਾ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਅਸੀਂ ਵੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸਿੱਖ ਆਪਣੇ ਕੀਜੀਏ ਸ਼ੁਭ ਉਪਦੇਸ਼ ਦ੍ਰਿੜਾਏ, ਜਸ ਤੁਮਰਾ ਸ਼ਰਵਣਨ ਸੁਨਿਓ, ਦਰਸ ਦਿਓ ਅਬਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।